ਵੈਲਕਮ ਟੂ ਮਾਈ ਚੈਨਲ ਜੋਬਸ ਨੋਟੀਫਿਕੇਸ਼ਨ ਇੰਡੀਆ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ, ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਤੇ ਅੱਜ ਅਸੀਂ ਲੈ ਕੇ ਆ ਗਏ ਹਾਂ ਜੀ ਆਪਣੀ ਅਗਲੀ ਨੈਕਸਟ ਵੀਡੀਓ, ਜਿਹੜੀ ਜੀਕੇ ਦੀ ਅਸੀਂ ਡੇਲੀ ਸੈੱਟ ਸਾਡਾ ਚੱਲਦਾ YouTube 'ਤੇ। ਠੀਕ ਹੈ ਜੀ। ਇਹ ਜਿਹੜਾ ਸੈੱਟ ਹੈਗਾ ਆ, ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਬਣਾਉਂਦੇ ਹੈਗੇ ਆ। ਬਟ ਤੁਸੀਂ PSSS ਵੀ ਹੈ ਨਾ, ਹੋਰ ਕੋਈ ਵੀ ਪੰਜਾਬ ਦਾ ਜਿਹੜਾ ਪੇਪਰ ਹੈਗਾ ਆ, ਉਸ ਦੇ ਵਿੱਚ ਬੈਠ ਜਾਓ, ਤੁਹਾਨੂੰ ਬਿਲਕੁਲ ਐਗਜ਼ੈਕਟ ਇਹੀ ਪ੍ਰਸ਼ਨ ਜਿਹੜੇ ਆ ਦੇਖਣ ਨੂੰ ਮਿਲਣਗੇ। ਕਿਉਂਕਿ ਅਸੀਂ ਜਿਹੜਾ ਵੀ ਜਿੰਨੇ ਵੀ ਪ੍ਰਸ਼ਨ ਲੈ ਕੇ ਆਉਂਦੇ ਹੈਗੇ ਆ, ਇਹ ਸਾਰੇ ਪੇਪਰ ਹੁੰਦੇ ਆ ਜੀ ਜੋ ਆਪਣੇ ਪ੍ਰੀਵੀਅਸ ਈਅਰ ਪੇਪਰ ਹੈਗੇ ਆ ਨਾ, ਪਿਛਲੇ 5 ਸਾਲਾਂ ਤੋਂ ਜਿਹੜੇ ਜਿੰਨੇ ਵੀ ਸਵਾਲ ਆਏ ਹੈਗੇ ਆ, ਉਹਨਾਂ ਦੇ ਰਿਲੇਟਡ ਜਿੰਨੇ ਵੀ ਸਵਾਲ ਅੱਗੇ ਪੇਪਰ ਦੇ ਵਿੱਚ ਬਣ ਸਕਦੇ ਹੈਗੇ ਆ, ਉਹ ਸਾਰੇ ਅਸੀਂ ਉਹਨਾਂ ਨੂੰ ਤਿਆਰ ਕਰਕੇ ਖੁਦ ਮੈਂ ਆਪ ਟਾਈਪ ਕਰਕੇ ਉਹ ਵੀਡੀਓ ਲੈ ਕੇ ਆਉਂਦਾ। ਇਹ ਨਹੀਂ ਵੀ ਹੈਗਾ ਕਿਸੇ ਦੀ ਚੱਕ ਕੇ ਕਾਪੀ ਪੇਸਟ ਕਰਕੇ ਜੀ ਵੀਡੀਓ ਬਣਾ ਲਈ, ਉਹ ਕੰਮ ਸਾਡਾ ਹੈ ਨਹੀਂ ਆ। ਜਿਹੜੇ ਸਾਡੇ ਨਾਲ ਜੁੜੇ ਹੋ ਆ ਜੀ, ਉਹ ਚੇਤੇ ਰੱਖਣਗੇ। ਠੀਕ ਹੈ ਜੀ। ਜੀਕੇ ਦੇ ਵਿੱਚੋਂ ਤੁਹਾਡੇ ਨੰਬਰ ਨਹੀਂ ਮਾਰਨ ਦਿੰਦਾ। ਦੇਖੋ, ਜਿਹੜੇ ਤਾਂ ਹੈਗੇ ਆ ਜੀ ਕਰੰਟ ਅਫੇਅਰ, ਉਹ ਜਿਹੜੀ ਮੈਂ ਵੀਡੀਓ ਲੈ ਕੇ ਆਊਂਗਾ, ਉਹ ਚਿੰਤਾ ਨਾ ਕਰੋ, ਉਹ ਪੇਪਰ ਤੋਂ ਹੋਣ ਤੋਂ ਪਹਿਲਾਂ 6-7 ਦਿਨ ਪਹਿਲਾਂ ਮੈਂ ਤੁਹਾਨੂੰ ਕਰੰਟ ਅਫੇਅਰ ਦੀ ਪੂਰੀ ਜਿੰਨੇ ਵੀ ਇੰਪੋਰਟੈਂਟ ਪ੍ਰਸ਼ਨ ਹੈਗੇ ਆ ਨਾ ਪਿਛਲੇ ਸਾਲ ਇੱਕ ਦੇ ਮੋਸਟ ਇੰਪੋਰਟੈਂਟ, ਠੀਕ ਆ ਨਾ, ਉਹ ਸਾਰੇ ਜਿਹੜੇ ਕੁਐਸਚਨ ਹੈਗੇ ਆ ਜੀ PDF ਤਿਆਰ ਹੁੰਦੀ ਪਈ ਆ। ਥੋੜ੍ਹਾ ਕੁ ਟਾਈਮ ਤਾਂ ਲੱਗਦਾ ਹੀ ਆ, ਅਤੇ ਉਹ ਵੀ ਜਿਹੜੇ ਕੁਐਸਚਨ ਆ ਉਹ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂਗਾ। ਠੀਕ ਆ ਨਾ, ਅਤੇ ਬਿਲਕੁਲ ਫ੍ਰੀ ਹੋਵੇਗਾ। YouTube ਦੇ ਉੱਪਰ ਹੀ ਸਾਡੀ ਕਲਾਸ ਚੱਲਦੀ ਹੈਗੀ ਆ। ਅਤੇ ਜਿਨ੍ਹਾਂ ਨੇ ਸਾਡੇ ਹਜੇ ਤੱਕ ਪਿਛਲੀਆਂ ਵੀਡੀਓ ਨਹੀਂ ਦੇਖੀਆਂ, ਪਲੀਜ਼ ਉਹ ਜਾ ਕੇ ਦੇਖ ਲਓ। ਬਹੁਤ ਤੁਹਾਨੂੰ ਇੰਪੋਰਟੈਂਟ ਮਤਲਬ ਕੁਐਸਚਨ ਮਿਲਣਗੇ ਦੇਖਣ ਨੂੰ, ਅਤੇ ਇਹੋ ਜਿਹੇ ਫੈਕਟ ਜਿਹੜੇ YouTube 'ਤੇ ਵੀ ਨਹੀਂ ਦੱਸਦੇ ਲੋਕ, ਉਹ ਵੀ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਦੱਸਾਂਗੇ। ਠੀਕ ਹੈ ਜੀ। ਬਿਲਕੁਲ ਡਿਟੇਲ ਦੇ ਵਿੱਚ ਵੀਡੀਓ ਬਣਾਉਂਦੇ ਹੈਗੇ ਆ। ਇੱਕ ਪ੍ਰਸ਼ਨ ਦਾ ਉੱਤਰ ਦੇਣ ਦੇ ਨਾਲ ਨਾਲ ਅਸੀਂ ਆਪਸ਼ਨਾਂ ਨੂੰ ਵੀ ਜਿਹੜਾ ਡਿਸਕ੍ਰਾਈਬ ਚੰਗੀ ਤਰ੍ਹਾਂ ਕਰੀਦਾ ਆ। ਅਤੇ ਜਿਹੜੇ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ। ਅਤੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ। ਠੀਕ ਹੈ ਨਾ, ਇਹ ਕੰਮ ਹੈਗਾ ਤੁਹਾਡਾ। ਅਤੇ ਸਬਸਕ੍ਰਾਈਬ ਵੀ ਚੈਨਲ ਨੂੰ ਜ਼ਰੂਰ ਕਰਨਾ। ਅਤੇ ਹੁਣ ਜਿਹੜਾ ਇਸ ਆਪਣੀ ਵੀਡੀਓ ਦਾ ਹੈਗਾ ਜੀ, ਉਹ ਮੈਂ ਤੁਹਾਨੂੰ ਦੱਸ ਦੇਵਾਂ। ਇਸ ਦੇ ਵਿੱਚ ਅਸੀਂ ਜਿਹੜਾ ਇਕਨੋਮਿਕਸ ਦੇ, ਠੀਕ ਹੈ ਜੀ, ਇਕਨੋਮਿਕਸ ਦੇ ਕੁਐਸਚਨ ਲਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 5 ਈਅਰ ਪਲਾਨ ਪੰਚਵਰਸ਼ੀ ਯੋਜਨਾ ਰਿਲੇਟਡ ਜਿੰਨੇ ਕੁ ਸਵਾਲ ਬਣਦੇ ਹੈਗੇ ਇੰਪੋਰਟੈਂਟ, ਉਹ ਅਸੀਂ ਇਸ ਵੀਡੀਓ ਦੇ ਵਿੱਚ ਰੱਖੇ ਹੈਗੇ ਆ। ਠੀਕ ਹੈ ਨਾ, ਅਤੇ ਕੁਝ ਸਵਾਲ ਹੈਗੇ ਆ ਪੰਜਾਬ GK ਦੇ ਵਿੱਚੋਂ, ਅਤੇ ਥੋੜ੍ਹੇ ਕੁ ਕੁਐਸਚਨ ਹੈਗੇ ਆ ਜੀ ਇੰਡੀਅਨ ਜੀਓਗ੍ਰਾਫੀ। ਦੇਖੋ, ਪੰਜਾਬ GK ਤਾਂ ਸਿਰਫ ਨੋਰਮਲ ਹੈਗੀ ਆ ਨਾ, ਉਹਦਾ ਹਰੇਕ ਬੱਚਾ ਕਰ ਹੀ ਲੈਂਦਾ ਪੇਪਰ 'ਚ, ਅਤੇ ਗੱਲ ਮੁੱਕਦੀ ਹੈ ਜੀ ਇੰਡੀਅਨ GK ਦੀ। ਠੀਕ ਹੈ, ਇੰਡੀਆ ਦੀ, ਅਤੇ ਉਹ ਥੋੜ੍ਹੀ ਹੈਗੀ ਆ ਜੀ ਟਫ, ਪੜ੍ਹਨੀ ਪੈਂਦੀ ਆ ਹੈ ਨਾ। ਅਤੇ ਸਗੋਂ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ 35 ਨੰਬਰ ਅਹਿਮ ਰੋਲ ਹੈਗਾ ਆ, ਅਤੇ ਜਿਹਦੇ ਵਿੱਚੋਂ ਜੀਓਗ੍ਰਾਫੀ 'ਚੋਂ ਵੀ 3-4 ਸਵਾਲ ਜਿਹੜੇ ਪੁੱਛੇ ਜਾਣਗੇ। ਅਤੇ ਅੱਜ ਕਰਦੇ ਹਾਂ ਇਹਨਾਂ ਦੀ ਵੀਡੀਓ ਦੀ ਸ਼ੁਰੂਆਤ ਜੀ। ਦੇਖੋ, ਪਹਿਲਾ ਸਵਾਲ ਕਿਹੜਾ ਹੈ ਜੀ। ਭਾਰਤ ਵਿੱਚ 5 ਸਾਲਾ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਸੀ? ਠੀਕ ਹੈ ਜੀ। ਇਹ ਜਿਹੜੀ 5 ਸਾਲਾ ਯੋਜਨਾ ਸੀਗੀ ਜੀ, ਇਹਨਾਂ ਨੂੰ ਪਹਿਲਾਂ ਚਲਾਉਣ ਤੋਂ ਪਹਿਲਾਂ ਇੱਕ ਜਵਾਹਰ ਲਾਲ ਨਹਿਰੂ ਜੀ ਨੇ ਇੱਕ ਕੀ ਬਣਾਇਆ ਸੀਗਾ ਜੀ, ਯੋਜਨਾ ਆਯੋਗ ਬਣਾਇਆ ਸੀਗਾ। ਠੀਕ ਹੈ ਨਾ। ਇਸ ਤਰ੍ਹਾਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਰਹਾਂਗਾ ਕੀ ਮਤਲਬ ਵਿਸ਼ੇਸ਼ ਹੈਗਾ ਇਸ ਦੇ ਵਿੱਚ। ਜਿੱਦਾਂ ਹੁਣ 5 ਸਾਲਾ ਯੋਜਨਾ ਸ਼ੁਰੂ ਕਰਨੀ ਸੀ, ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀ ਇੱਕ ਆਯੋਗ ਬਣਿਆ ਜਿਹਦਾ ਨਾਂ ਸੀ ਜੀ ਯੋਜਨਾ ਆਯੋਗ। ਇਹ ਕਦੋਂ ਬਣਿਆ ਚੇਤੇ ਰੱਖਣਾ ਹੈਗਾ ਜੀ, 1950 ਨੂੰ ਬਣਿਆ ਸੀ। ਕਿਹਨੇ ਬਣਾਇਆ ਸੀਗਾ ਜੀ? ਜਵਾਹਰ ਲਾਲ ਨਹਿਰੂ ਨੇ। ਠੀਕ ਹੈ ਜੀ। ਅਤੇ ਫਿਰ ਕੀ ਹੋਇਆ ਜੀ, ਇਹਨਾਂ ਨੇ ਪਹਿਲੀ ਪੰਚਵਰਸ਼ੀ ਯੋਜਨਾ ਜਿਹੜੀ ਕਿ ਸਟਾਰਟ ਕੀਤੀ ਹੈ ਨਾ। ਇਹ ਜਿਹੜੀ ਪੰਚਵਰਸ਼ੀ ਯੋਜਨਾ ਕਿਹੜੇ ਦੇਸ਼ ਤੋਂ ਮਤਲਬ ਆਧਾਰਿਤ ਹੈਗੀ ਆ ਇੰਡੀਆ ਦੀ? ਇਹ ਲਈ ਗਈ ਹੈ ਜੀ ਰੂਸ ਤੋਂ। ਠੀਕ ਹੈ ਜੀ। ਰੂਸ ਤੁਹਾਨੂੰ ਪਤਾ ਹੀ ਹੈ ਜੀ ਇੰਡੀਆ ਦਾ ਪੁਰਾਣਾ ਮਿੱਤਰ ਹੈਗਾ ਆ, ਰੂਸ ਤੋਂ ਲਈ ਗਈ ਹੈਗੀ ਆ। ਅਤੇ ਇਹ ਪਹਿਲੀ ਗੱਲ ਵੀ ਯੋਜਨਾ ਤਾਂ ਚਲਾਈਆਂ ਜਾਂਦੀਆਂ ਹੈਗੀਆਂ, ਇਹਦੇ ਵਿੱਚ 5 ਸਾਲਾਂ ਦਾ ਵਿੱਚ ਟੀਚਾ ਰੱਖਿਆ ਜਾਂਦਾ ਵੀ ਅਸੀਂ 5 ਸਾਲਾਂ ਦੇ ਵਿੱਚ ਆਹ ਦੇਸ਼ ਦੇ ਕੰਮ ਕਰਨੇ ਹੈਗੇ ਆ ਸਰਕਾਰ ਦੁਆਰਾ। ਠੀਕ ਹੈ ਨਾ। ਅਤੇ ਉਹ ਫਿਰ ਹੁਣ ਪੁੱਛ ਰਿਹਾ ਵੀ ਪਹਿਲੀ ਜਿਹੜੀ 5 ਸਾਲਾ ਯੋਜਨਾ ਸੀਗੀ, ਤੁਹਾਨੂੰ ਮੈਂ ਦੱਸ ਦੇਵਾਂ ਕੁੱਲ 5 ਜਿਹੜੀਆਂ ਯੋਜਨਾ ਸੀਗੀਆਂ, ਇਹ 12 ਸੀਗੀਆਂ। ਠੀਕ ਹੈ ਜੀ। ਅਤੇ 12 ਤੋਂ ਬਾਅਦ ਜਿਹੜੀਆਂ ਕਿ ਇਹ ਬੰਦ ਕਰ ਦਿੱਤੀਆਂ ਗਈਆਂ ਆ। ਠੀਕ ਹੈ ਨਾ। ਉਸ ਤੋਂ ਬਾਅਦ ਕਿਹੜੀਆਂ ਹੋਈਆਂ? 10-10 ਸਾਲ ਵਾਲੀਆਂ ਸਟਾਰਟ ਹੋਈਆਂ ਹੈਗੀਆਂ। ਹੁਣ ਦੇਖੋ, ਜਿਹੜੀ ਪਹਿਲੀ 5 ਸਾਲਾ ਯੋਜਨਾ ਸੀ, ਇਹ ਕਦੋਂ ਸ਼ੁਰੂ ਹੋਈ ਸੀਗੀ ਜੀ? ਇਹ ਹੋਈ ਸੀਗੀ ਜੀ ਆਪਣੀ 1951 ਤੋਂ, ਹੈ ਨਾ। ਜੇ 5 ਸਾਲਾਂ ਦੀ ਹੈ ਤਾਂ ਕਿੰਨੇ ਤੱਕ ਚੱਲੀ ਹੋਊਗੀ? 1951 ਤੋਂ 56 ਤੱਕ। ਇਸ ਤਰ੍ਹਾਂ ਇਹ ਪਹਿਲੀ ਪੰਚਵਰਸ਼ੀ ਯੋਜਨਾ ਦਾ ਟਾਈਮ ਪੀਰੀਅਡ ਹੈਗਾ ਆ। ਅਤੇ ਹੋਰ ਮੈਂ ਤੁਹਾਨੂੰ ਨੌਲੇਜ ਲਈ ਦੱਸ ਦੇਵਾਂ, ਜੋ ਪ੍ਰਸ਼ਨ ਪੁੱਛ ਸਕਦਾ ਹੈਗਾ ਆ। ਅਤੇ ਜਿਹੜੀ ਪਹਿਲੀ 5 ਸਾਲਾ ਯੋਜਨਾ ਸੀਗੀ, ਇਹ ਕਾਹਦੇ ਲਈ ਸੀਗੀ ਜੀ? ਇਹ ਮਤਲਬ ਇਹਦੇ ਵਿੱਚ ਬਹੁਤ ਕੰਮ ਹੋਏ ਸੀਗੇ, ਜਿੱਦਾਂ ਸਿੰਚਾਈ ਦੇ ਲਈ। ਠੀਕ ਹੈ ਨਾ। ਇਹਦਾ ਮੁੱਖ ਮਕਸਦ ਕੀ ਸੀਗਾ ਜੀ? ਖੇਤੀਬਾੜੀ। ਠੀਕ ਹੈ ਨਾ। ਖੇਤੀਬਾੜੀ ਇਹਦਾ ਟੀਚਾ ਸੀ ਵੀ ਮਤਲਬ ਦੇਸ਼ ਦੇ ਵਿੱਚ ਅੰਨ ਦੀ ਜਿਹੜੀ ਪੈਦਾਵਾਰ ਹੈ ਉਹ ਵਧਾਉਣਾ। ਅਤੇ ਅਗਲਾ ਸਵਾਲ ਹੈਗਾ ਜੀ, ਸਵਾਲ ਨੰਬਰ 2।
ਕਿਸ ਨੂੰ ਫਾਦਰ ਆਫ ਇਕਨੋਮਿਕਸ ਕਿਹਾ ਜਾਂਦਾ? ਵੈਰੀ ਇੰਪੋਰਟੈਂਟ ਸਵਾਲ ਹੈ ਜੀ, SSC ਦਾ ਫੇਵਰੇਟ ਸਵਾਲ ਹੈਗਾ ਜੀ ਇਹ। ਠੀਕ ਹੈ ਜੀ, ਇਹ ਫਾਦਰ ਆਫ ਇਕਨੋਮਿਕਸ ਮਤਲਬ ਅਰਥ ਸ਼ਾਸਤਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈਗਾ ਆ? ਐਡਮ ਰੋਜ਼ੀ, ਜੌਨ ਕੈਂਡੀ, ਹਾਰਸੈਲ ਜਾਂ ਐਡਮ ਸਮਿਥ। ਇਹਦੀ ਚੌਥੀ ਆਪਸ਼ਨ ਹੈਗੀ ਹੈ ਜੀ ਐਡਮ ਸਮਿਥ, ਜਿਹੜਾ ਕਿ ਇਹ ਬਿਲਕੁਲ ਇਸਦਾ ਸਹੀ ਜਵਾਬ ਹੈਗਾ ਜੀ। ਐਡਮ ਸਮਿਥ ਨੂੰ ਹੀ ਇਕਨੋਮਿਕਸ ਦਾ ਫਾਦਰ ਕਿਹਾ ਜਾਂਦਾ ਹੈਗਾ ਆ। ਅਤੇ ਇੱਕ ਗੱਲ ਹੋਰ, ਅਰਥ ਸ਼ਾਸਤਰ ਇੱਕ ਬੁੱਕ ਸੀਗੀ ਜੀ ਹਿਸਟਰੀ ਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਹੈ ਨਾ। ਉਹ ਕਿਹਨੇ ਲਿਖੀ ਸੀਗੀ? ਉਹ ਲਿਖੀ ਸੀ ਜੀ ਕੌਟਲਿਆ ਨੇ, ਹੈ ਨਾ। ਉਹ ਕੌਟਲਿਆ ਨੇ ਲਿਖੀ ਸੀ। ਇੱਕ ਗੱਲ ਹੋਰ, ਇਹ ਜਿਹੜੀ ਅਰਥ ਸ਼ਾਸਤਰ ਸੀ ਇਹ ਸੰਬੰਧ ਕਿਹਨਾਂ ਰੱਖਦੀ ਸੀ? ਇਹ ਜਿਹੜੀ ਅਰਥ ਸ਼ਾਸਤਰ ਕੌਟਲਿਆ ਨੇ ਲਿਖੀ ਸੀ ਇਕਨੋਮਿਕਸ ਨਾਲ ਨਹੀਂ ਸੰਬੰਧ ਰੱਖਦੀ ਸੀ, ਇਹ ਸੰਬੰਧ ਰੱਖਦੀ ਸੀਗੀ ਜੀ ਰਾਜਨੀਤਿਕ ਵਿਸ਼ੇ ਨਾਲ। ਠੀਕ ਹੈ ਨਾ, ਇਹ ਰਾਜਨੀਤਿਕ ਵਿਸ਼ੇ ਨਾਲ ਰੱਖਦੀ ਸੀ ਸੰਬੰਧ। ਬਹੁਤ ਸਾਰੇ ਪੇਪਰਾਂ 'ਚ ਪੁੱਛਿਆ ਗਿਆ ਕੌਟਲਿਆ ਦੁਆਰਾ ਲਿਖੀ ਗਈ ਅਰਥ ਸ਼ਾਸਤਰ ਜਿਹੜੀ ਬੁੱਕ ਹੈਗੀ ਉਹਦਾ ਜਿਹੜਾ ਵਿਸ਼ਾ ਆ ਕਿਹਦੇ ਨਾਲ ਸੰਬੰਧਿਤ ਹੈਗਾ। ਬਹੁਤ ਬੱਚੇ ਹੀ ਕਰਦੇ ਇਕਨੋਮਿਕਸ ਲਾ ਦਿੰਦੇ ਆ, ਬਟ ਇਕਨੋਮਿਕਸ ਜਿਹਦਾ ਆਨਸਰ ਨਹੀਂ ਹੈ ਉਹਦਾ ਆਨਸਰ ਹੈਗਾ ਜੀ ਰਾਜਨੀਤਿਕ ਵਿਸ਼ੇ ਦੇ ਨਾਲ। ਠੀਕ ਆ ਨਹੀਂ, ਇਹ ਵੀ ਗੱਲ ਚੇਤੇ ਰੱਖਣੀ ਹੈਗੀ ਆ। ਵੈਰੀ ਇੰਪੋਰਟੈਂਟ ਸਵਾਲ ਤੀਸਰਾ, ਬਹੁਤ ਇੰਪੋਰਟੈਂਟ ਸਵਾਲ ਹੈ ਜੀ। ਦੇਖੋ ਅਰਥ ਸ਼ਾਸਤਰ ਦੇ ਵੱਖ ਵੱਖ ਸੈਕਟਰ ਹੁੰਦੇ ਹਨ। ਪਹਿਲਾ ਸੈਕਟਰ ਵੀ ਹੁੰਦਾ ਆ, ਦੂਜਾ ਵੀ ਹੁੰਦਾ ਹੈਗਾ ਆ ਜੀ। ਠੀਕ ਹੈ ਜੀ, ਤੀਜਾ ਸੈਕਟਰ ਵੀ ਹੁੰਦਾ, ਚੌਥਾ ਵੀ ਹੁੰਦਾ ਅਤੇ ਪੰਜਵਾਂ ਵੀ ਹੁੰਦਾ ਹੈਗਾ ਆ। ਇਸ ਤਰ੍ਹਾਂ ਪਹਿਲੇ ਦੇ ਵਿੱਚ ਕਿਹੜਾ ਆਉਂਦਾ ਜੀ? ਪਹਿਲੇ ਦੇ ਵਿੱਚ ਆਉਂਦੇ ਆ ਜੀ ਕੁਦਰਤੀ। ਤੁਹਾਨੂੰ ਮੈਂ ਜਾਣਕਾਰੀ ਲਈ ਦੱਸ ਦੇਵਾਂ, ਕੁਦਰਤੀ ਜਿੱਦਾਂ ਸੋਮੇ ਹੋ ਗਏ ਜੀ ਕੋਲਾ। ਠੀਕ ਹੈ ਜੀ, ਖੇਤੀਬਾੜੀ ਹੋ ਗਈ ਆਪਣੀ, ਹੈ ਨਾ, ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਇਹ ਸਾਰੇ ਕਿਹੜੇ ਸੈਕਟਰ ਦੇ ਵਿੱਚ ਆਉਂਦੇ ਆ ਜੀ? ਉਹ ਜੋ ਸਾਨੂੰ ਕੁਦਰਤ ਤੋਂ ਚੀਜ਼ ਮਿਲਦੀ ਹੈ ਜੀ ਉਹਨੂੰ ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਪਹਿਲੇ ਸੈਕਟਰ ਦੇ ਵਿੱਚ ਰੱਖਿਆ ਗਿਆ ਇਹ ਚੀਜ਼ਾਂ ਨੂੰ। ਨੰਬਰ ਦੂਜਾ ਸੈਕਟਰ ਹੈਗਾ ਹੈ ਜੀ ਉਦਯੋਗਾਂ ਦਾ। ਠੀਕ ਹੈ ਜੀ, ਜਿੱਦਾਂ ਕਿ ਗੰਨਾ ਉਦਯੋਗ ਹੋ ਗਿਆ, ਕੱਪੜਾ ਉਦਯੋਗ ਹੋ ਗਿਆ, ਹੈ ਨਾ, ਇਹ ਸਾਰੇ ਕਿਹੜੇ ਆ? ਇਹ ਹੈਗੇ ਆ ਜੀ ਉਦਯੋਗ। ਠੀਕ ਆ, ਅਤੇ ਤੀਜਾ ਜਿਹੜਾ ਹੈਗਾ ਜੀ ਉਹ ਹੈਗਾ ਜੀ ਸਰਵਿਸ ਸੈਕਟਰ। ਠੀਕ ਹੈ, ਜਿਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸੇਵਾ ਪ੍ਰਦਾਨ ਕਰਦੇ ਆ, ਜਿਵੇਂ ਬੈਂਕ ਹੋ ਗਈ, ਹੈ ਨਾ। ਇਕਨੋਮਿਕਸ ਦੇ ਵਿੱਚ ਜਿਹੜਾ ਤੀਜੇ ਸੈਕਟਰ ਦੇ ਵਿੱਚ ਪੁੱਛ ਸਕਦਾ ਤੁਹਾਨੂੰ, ਤੀਜੇ ਸੈਕਟਰ ਦੇ ਵਿੱਚ 4 ਆਪਸ਼ਨ ਦੇ ਕੇ ਵੀ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਤੀਜੇ ਸੈਕਟਰ ਨਾਲ ਰਿਲੇਟਡ ਹੈਗੀ ਆ। ਇਸ ਤਰ੍ਹਾਂ ਇਹ ਤੁਸੀਂ ਨੋਟ ਕਰਨੀ ਜਾਣੀ ਆ, ਕਾਪੀ ਪੈਨ ਲੈ ਕੇ ਬੈਠਣਾ ਹੈਗਾ ਆ ਤਾਂ ਕਿ ਤੁਹਾਨੂੰ ਪੂਰਾ ਲੈਕਚਰ ਸਮਝ ਆ ਸਕੇ। ਪ੍ਰਸ਼ਨ ਪੁੱਛਿਆ ਜੀ ਕਿਹੜੇ ਸੈਕਟਰ ਦੇਸ਼ ਦੀ ਰੀੜ੍ਹ ਦੀ ਹੱਡੀ ਹੈਗੀ, ਹੈ ਨਾ। ਮਤਲਬ ਕਹਿਣ ਦਾ ਭਾਵ ਜਿਹੜਾ ਇੰਡੀਆ ਹੈਗਾ ਹੈ ਜੀ, ਹੈ ਨਾ, ਉਹਦੇ ਵਿੱਚ ਜਿਹੜਾ ਰੀੜ੍ਹ ਦੀ ਹੱਡੀ ਕਿਹਨੂੰ ਕਿਹਾ ਜਾਂਦਾ ਆ, ਹੈ ਨਾ, ਕਿਹੜੇ ਸੈਕਟਰ ਨੂੰ? ਉਹ ਕਿਹਾ ਜਾਂਦਾ ਹੈ ਜੀ ਵਿੱਤ ਸੈਕਟਰ, ਟੈਕਸ ਸੈਕਟਰ ਜਾਂ ਸਰਵਿਸ ਸੈਕਟਰ ਜਾਂ ਐਗਰੀਕਲਚਰ ਸੈਕਟਰ। ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਆਪਸ਼ਨ ਪਹਿਲੀ। ਠੀਕ ਹੈ ਜੀ, ਐਗਰੀਕਲਚਰ ਸੈਕਟਰ ਜਿਹੜਾ ਹੈਗਾ ਆ ਉਹ ਭਾਰਤ ਦੇਸ਼ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ। ਠੀਕ ਹੈ ਨਾ, ਬਟ ਇਹਨੂੰ ਮੈਂ ਤੁਹਾਨੂੰ ਦੱਸ ਦੇਵਾਂ, ਇਹ ਮਤਲਬ ਭਾਰਤ ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜਾ ਰੁਜ਼ਗਾਰ ਹੈ ਜੀ ਉਹ ਐਗਰੀਕਲਚਰ ਸੈਕਟਰ ਦੇ ਵਿੱਚੋਂ ਹੀ ਮਿਲਦਾ ਹੈਗਾ ਲੋਕਾਂ ਨੂੰ। ਠੀਕ ਹੈ ਜੀ, ਅਤੇ ਬਟ ਜੇ ਪੁੱਛੇ ਵੀ GDP, ਠੀਕ ਹੈ ਜੀ, ਸਾਰਿਆਂ ਨੂੰ ਪਤਾ ਹੀ ਹੈ ਜੀ GDP ਹੁੰਦੀ ਹੈ ਜੀ ਕਿਸੇ ਦੇਸ਼ ਦੀ ਇਨਕਮ 'ਤੇ ਜੋ ਖਰਚ ਹੋ ਗਿਆ ਉਹ ਤੋਂ ਜੋ ਬਚਿਆ ਉਹ ਹੁੰਦੀ ਹੈ ਜੀ GDP, ਜਿਹਦੀ ਫੁੱਲ ਫੋਰਮ ਹੈਗੀ ਆ ਗਰੋਸ ਡਿਵੈਲਪਮੈਂਟ ਪ੍ਰੋਡਕਟ। ਠੀਕ ਹੈ ਜੀ, ਇਹ ਹਰੇਕ ਸਾਲ ਨਿਕਲਦੀ ਹੈਗੀ ਆ। ਅਤੇ GDP ਜਿਹੜੀ ਹੈਗੀ ਹੈ ਜੀ ਉਹਦੇ ਵਿੱਚ ਭਾਰਤ ਦੇ ਵਿੱਚ ਪੁੱਛ ਲਵੇ ਸਭ ਤੋਂ ਵੱਧ ਹਿੱਸਾ ਕਿਹੜਾ ਸੈਕਟਰ ਪਾਉਂਦਾ ਜੀ, ਉਹਦਾ ਆਨਸਰ ਆ ਜਾਏਗਾ ਜੀ ਸਰਵਿਸ ਸੈਕਟਰ। ਠੀਕ ਹੈ ਨਾ, ਇਹ ਜ਼ਰੂਰ ਚੇਤੇ ਰੱਖਣਾ ਹੈਗਾ। ਸਰਵਿਸ ਸੈਕਟਰ ਦੇ ਵਿੱਚ ਇਕੱਲੀਆਂ ਬੈਂਕਾਂ ਹੀ ਨਹੀਂ, ਸਗੋਂ ਜਿਵੇਂ ਅਦਾਲਤ ਹੋ ਗਈ, ਸਕੂਲ ਕਾਲਜ ਹੋ ਗਏ, ਹੈ ਨਾ, ਇਹ ਪੁਲਿਸ ਹੋ ਗਈ, ਇਹ ਸਾਰੇ ਕਿਹੜੇ ਆ? ਤੀਜੇ ਸੈਕਟਰ ਦੇ ਵਿੱਚ ਆਉਂਦੇ ਹੈਗੇ ਆ। ਸਵਾਲ ਨੰਬਰ ਚੌਥਾ ਦੇਖੋ ਜੀ, MSP। ਠੀਕ ਆ, ਮਿਨੀਮਮ, ਇਹ ਆਪਣਾ MSP ਮਿਨੀਮਮ ਪ੍ਰਾਈਜ਼ ਸਪੋਰਟ, MSP। ਠੀਕ ਹੈ ਜੀ, ਤੁਹਾਨੂੰ ਪਤਾ ਹੀ ਹੈ ਕਿਸਾਨ ਜਿਹੜੇ ਆਪਣੇ MSP ਦੀ ਖਾਤਰ ਉਹਨਾਂ ਨੇ ਇੰਨਾ ਵੱਡਾ ਸਾਡਾ ਧਰਨਾ ਚੱਲਿਆ ਨਾ, ਮਿਨੀਮਮ ਸਪੋਰਟ ਪ੍ਰਾਈਜ਼। ਠੀਕ ਆ, ਜਾਰੀ ਕੀਮਤਾਂ ਦੀ ਸਿਫਾਰਿਸ਼ ਕੌਣ ਕਰਦਾ ਹੈਗਾ? ਦੇਖੋ MSP ਲੱਗਦੀ ਹੈਗੀ ਹੈ ਜੀ ਕੇਂਦਰ ਸਰਕਾਰ ਦੇ ਦੁਆਰਾ, ਹੈ ਨਾ, ਅਤੇ ਉਹਦੇ ਵਿੱਚ ਪੁੱਛਿਆ ਵੀ ਇਹ MSP ਕੋਈ ਵੀ ਫਸਲ ਦੇ ਉੱਪਰ ਜਿਹੜੀ ਲੱਗਦੀ ਹੈਗੀ ਹੈ ਜੀ ਇਹ ਸਰਕਾਰ, ਕਿਸਾਨ ਦਾ ਖਰਚਾ, ਕਿਸਾਨ ਦੀ ਮਿਹਨਤ, ਠੀਕ ਹੈ ਜੀ, ਉਸ ਤੋਂ ਆਪਣਾ ਜੋ ਉਹਦੇ ਉੱਪਰ ਖਾਦ ਰੇਹਾਂ ਸਪਰੇਹਾਂ ਦਾ ਜਿਹੜਾ ਖਰਚਾ ਹੋਇਆ ਉਹਨੂੰ ਕੱਢ ਕੇ ਸਾਰਾ ਐਡ ਕਰਕੇ GDP ਤੈਅ, ਆਪਣੀ MSP ਤੈਅ ਹੁੰਦੀ ਆ, ਜਿਹਨੂੰ ਮਿਨੀਮਮ ਸਪੋਰਟ ਪ੍ਰਾਈਜ਼ ਇਹਦੀ ਫੁੱਲ ਫੋਰਮ ਹੈਗੀ ਆ। ਬਹੁਤ ਪ੍ਰਸ਼ਨ ਪੁੱਛੇ ਜਾਂਦੇ ਹੈਗੇ ਇਸ ਤੋਂ ਵੀ, ਅਤੇ ਇਹ ਨਿਰਧਾਰਿਤ ਕੌਣ ਕਰਦਾ ਹੈ ਜੀ? ਇਹ ਕਰਦੀ ਹੈ ਜੀ ਮਿਨਿਸਟਰੀ ਆਫ ਐਗਰੀਕਲਚਰ। ਠੀਕ ਆ, ਚੌਥੇ ਸਵਾਲ ਦਾ ਜਿਹੜਾ ਬਿਲਕੁਲ ਰਾਈਟ ਆਨਸਰ ਆ ਉਹ ਆਪਸ਼ਨ ਪਹਿਲੀ ਹੈ ਜੀ। ਅਗਲਾ ਸਵਾਲ ਦੇਖ ਲਓ ਜੀ, ਕਿਹੜੀ ਸੰਵਿਧਾਨਿਕ ਸੋਧ, ਵੈਰੀ ਇੰਪੋਰਟੈਂਟ ਸਵਾਲ ਹੈ ਜੀ। ਠੀਕ ਹੈ ਜੀ, ਮੋਸਟ ਇੰਪੋਰਟੈਂਟ ਸਵਾਲ ਹੈ, ਇਹਨੂੰ ਨੋਟ ਕਰਿਓ। ਕਿਹੜੀ ਸੰਵਿਧਾਨਿਕ ਸੋਧ GST ਦੀ ਫੁੱਲ ਫੋਰਮ ਕੀ ਹੈਗੀ ਹੈ ਜੀ? ਗੁੱਡ ਐਂਡ ਸਰਵਿਸ ਟੈਕਸ। ਠੀਕ ਆ,
ਗੁੱਡ ਐਂਡ ਸਰਵਿਸ ਟੈਕਸ। ਪਹਿਲਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਟੈਕਸ ਲੱਗਦੇ ਸੀਗੇ, ਜਿਨ੍ਹਾਂ ਨੂੰ ਹਟਾ ਕੇ ਸਿਰਫ ਇੱਕੋ ਟੈਕਸ ਲੈਣ ਦਾ GST, ਠੀਕ ਹੈ ਨਾ। ਇਹਨੂੰ ਮਤਲਬ ਨਿਯੰਤਰਣ, ਇਹ ਜਿਹੜਾ GST ਲਿਆਂਦਾ ਗਿਆ ਸੰਵਿਧਾਨ ਦੀ ਕਿਹੜੀ ਸੋਧ ਦੇ ਅਨੁਸਾਰ ਲਿਆਂਦਾ ਗਿਆ, ਠੀਕ ਹੈ ਜੀ। ਅਤੇ GST ਜਿਹੜਾ ਲਿਆਂਦਾ ਗਿਆ ਜੀ 103 ਨਹੀਂ ਜੀ, 122 ਨਹੀਂ, 104, 101। ਜਿਹੜਾ ਇਸ ਸਵਾਲ ਦਾ ਬਿਲਕੁਲ ਰਾਈਟ ਹੈ ਜਵਾਬ ਹੈਗਾ ਜੀ ਉਹ 101 ਆ। ਅਤੇ ਇਹ ਕਿਹੜੀ ਸਿਫਾਰਿਸ਼ 'ਤੇ? ਇਹ ਵਿਜੇ ਕੇਲਕਰ ਦੀ ਸਿਫਾਰਿਸ਼ ਦੇ ਉੱਪਰ ਜਿਹੜਾ GST ਆ ਉਹ ਭਾਰਤ ਦੇ ਵਿੱਚ ਲਾਗੂ ਹੋਇਆ, ਠੀਕ ਹੈ ਨਾ। ਗੁੱਡ ਐਂਡ ਸਰਵਿਸ ਟੈਕਸ, ਇਹਦੇ ਵਿੱਚ ਵੀ ਵੱਖਰੀਆਂ ਜਿਹੜੀਆਂ ਉਹ ਹੈਗੀਆਂ ਜੀ ਸੇਵਾਵਾਂ ਹੈਗੀਆਂ, ਕਿੰਨੇ % 'ਤੇ ਕਿੰਨਾ ਟੈਕਸ ਲੱਗਦਾ ਆ, ਅਤੇ ਉਹਨਾਂ ਦੀ ਚਲੋ ਲੋੜ ਹੀ ਨਹੀਂ ਦੱਸਣ ਦੀ, ਇਹ ਤੁਸੀਂ ਚਿੱਤੇ ਰੱਖਣਾ ਹੈ 101 ਆਰਟੀਕਲ ਦੇ ਵਿੱਚ ਜਿਹੜਾ ਕਿ ਇਹ ਆਉਂਦਾ ਹੈਗਾ ਆ। ਪ੍ਰਸ਼ਨ ਨੰਬਰ 6, ਭਾਰਤ ਵਿੱਚ ਮੁਦਰਾ ਨੀਤੀ ਤਿਆਰ ਕੀਤੀ ਜਾਂਦੀ ਹੈਗੀ ਆ। ਕਿਹਨਾਂ ਦੁਆਰਾ ਜਿਹੜੀ ਮੁਦਰਾ ਨੀਤੀ ਤਿਆਰ ਹੁੰਦੀ ਹੈ ਜੀ? RBI, ਮਿਨਿਸਟਰੀ ਆਫ ਫਾਈਨੈਂਸ, ਮਿਨਿਸਟਰੀ ਆਫ ਕੋਆਪਰੇਟ ਅਫੇਅਰਸ, ਪਲੈਨਿੰਗ ਕਮਿਸ਼ਨ। ਦੇਖੋ ਕਿਹੜਾ ਇਸਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ RBI, ਠੀਕ ਹੈ ਜੀ, ਰਿਜ਼ਰਵ ਬੈਂਕ ਆਫ ਇੰਡੀਆ। ਜਿਹੜੀ ਮੁਦਰਾ ਨੀਤੀ ਜਿਹੜੀ ਕੌਣ ਤਿਆਰ ਕਰਦਾ ਜੀ? RBI ਕਰਦਾ ਹੈਗਾ ਆ। ਅਤੇ ਭਾਰਤ ਦੇ ਵਿੱਚ ਸਾਰਿਆਂ ਨਾਲੋਂ ਮਤਲਬ ਨੋਟ ਕੌਣ ਛਾਪਦਾ ਹੈਗਾ ਜੀ? ਉਹ ਵੀ ਕੌਣ ਛਾਪਦਾ ਜੀ? RBI ਹੀ ਛਾਪਦਾ ਹੈਗਾ ਆ। ਅਤੇ ਭਾਰਤ ਦਾ ਇਹ ਕੇਂਦਰੀ ਬੈਂਕ ਹੈਗਾ ਆ, ਠੀਕ ਹੈ ਜੀ। ਇਹਦੀ ਸਥਾਪਨਾ 1935 ਈਸਵੀ ਦੇ ਵਿੱਚ ਹੋਈ ਸੀਗੀ। ਅਤੇ RBI ਤਾਂ ਚਲੋ ਇਹ ਹੋ ਗਿਆ। ਅਤੇ ਇੱਕ ਆਪਣਾ ਜਿਹੜਾ ਸਾਰਿਆਂ ਨਾਲੋਂ ਵੱਡਾ ਦੇਸ਼ ਦਾ ਪ੍ਰਾਈਵੇਟ ਬੈਂਕ ਕਿਹੜਾ ਹੈ ਜੀ? ਉਹ ਹੈਗਾ ਜੀ SBI, ਠੀਕ ਹੈ ਜੀ। ਕਦੋਂ ਇਹਦਾ ਨਾਮਕਰਨ ਹੋਇਆ ਸੀ? 1955 ਦੇ ਵਿੱਚ ਹੋਇਆ ਸੀਗਾ। ਅਤੇ SBI ਦਾ ਜਿਹੜਾ 1921 ਦੇ ਵਿੱਚ ਨਾਮ ਕੀ ਸੀਗਾ ਜੀ? ਇੰਪੀਰੀਅਲ ਬੈਂਕ ਆਫ ਇੰਡੀਆ। ਇਹ ਵੀ ਗੱਲ ਚੇਤੇ ਤੁਸੀਂ ਰੱਖਣੀ ਹੈਗੀ ਹੈ ਜੀ। ਅਗਲਾ ਸਵਾਲ ਹੈਗਾ ਜੀ 7ਵਾਂ, ਭਾਰਤ ਵਿੱਚ 5 ਸਾਲਾ ਯੋਜਨਾ ਨੂੰ ਅੰਤਿਮ ਪ੍ਰਵਾਨਗੀ ਕਿਸ ਨੇ ਦਿੱਤੀ? ਤੁਹਾਨੂੰ ਮੈਂ ਦੱਸਿਆ ਪਹਿਲੇ ਪ੍ਰਸ਼ਨ ਦੇ ਵਿੱਚ ਹੀ ਦੱਸਿਆ ਵੀ ਮਤਲਬ 12 ਜਿਹੜੀਆਂ ਪੰਚਵਰਸ਼ੀ ਯੋਜਨਾ ਸੀਗੀਆਂ, 12 ਤੋਂ ਬਾਅਦ ਕੋਈ ਜਿਹੜੀਆਂ ਪੰਚਵਰਸ਼ੀ ਯੋਜਨਾ ਦਾ ਜਿਹੜਾ ਸਿਲਸਿਲਾ ਸੀਗਾ ਜੀ ਉਹ ਖਤਮ ਹੋ ਗਿਆ। ਹੁਣ ਇਹੀ ਪ੍ਰਸ਼ਨ ਦੇ ਵਿੱਚ ਪੁੱਛ ਰਿਹਾ ਵੀ ਕਿਸ ਨੇ ਉਹਨੂੰ ਜਿਹੜੀ ਅੰਤਿਮ ਹੈ ਨਾ ਪ੍ਰਵਾਨਗੀ ਦਿੱਤੀ? ਨੀਤੀ ਆਯੋਗ ਨੇ ਦਿੱਤੀ ਹੈ, ਜਾਂ ਰਾਸ਼ਟਰਪਤੀ ਨੇ ਦਿੱਤੀ ਆ, RBI ਨੇ? ਨਹੀਂ ਜੀ, ਠੀਕ ਹੈ ਜੀ, ਜਾਂ ਯੋਜਨਾ ਆਯੋਗ ਨੇ। ਅਤੇ ਇਹਨੂੰ ਜਿਹੜੀ ਪ੍ਰਵਾਨਗੀ ਅੰਤਿਮ ਦਿੱਤੀ ਹੈ ਜੀ ਉਹ ਦਿੱਤੀ ਹੈ ਜੀ ਨੀਤੀ ਆਯੋਗ। ਨੀਤੀ ਆਯੋਗ ਕਦੋਂ ਆਇਆ ਜੀ? 2015 ਦੇ ਵਿੱਚ, ਠੀਕ ਹੈ ਜੀ। PM ਕੌਣ ਸੀ? ਮੋਦੀ, ਠੀਕ ਹੈ ਜੀ, ਨਰਿੰਦਰ ਮੋਦੀ ਸੀਗੇ। ਨੀਤੀ ਆਯੋਗ ਜਿਹਨੇ ਬਣਵਾਇਆ ਸੀ, ਇਹ ਕਦੋਂ ਕਿਉਂ ਬਣਾਇਆ ਸੀ? ਇਹ ਜਿਹੜਾ ਯੋਜਨਾ ਆਯੋਗ ਤੁਹਾਨੂੰ ਉੱਪਰ ਦੱਸ ਕੇ ਆਇਆ ਨਾ, ਉਹਨੂੰ ਕੀ ਕਰ ਦਿੱਤਾ ਗਿਆ? ਇਹਨਾਂ ਨੇ ਖ਼ਤਮ ਕਰ ਦਿੱਤਾ ਗਿਆ। ਉਹਦੀ ਥਾਂ 'ਤੇ ਨੀਤੀ ਆਯੋਗ ਲਿਆਂਦਾ ਗਿਆ। ਕੰਮ ਦੋਨਾਂ ਦੇ ਸੇਮ ਹੀ ਆ, ਠੀਕ ਹੈ ਜੀ। ਨੀਤੀ ਆਯੋਗ। ਅਤੇ 8ਵਾਂ ਸਵਾਲ ਦੇਖ ਲਓ ਜੀ, ਭਾਰਤ ਦੀ ਪਹਿਲੀ 5 ਸਾਲਾ ਯੋਜਨਾ ਦਾ ਮੁੱਖ ਉਦੇਸ਼ ਕੀ ਸੀ? ਤੁਹਾਨੂੰ ਮੈਂ ਉੱਪਰ ਪਹਿਲੇ ਜੀ ਸਭ ਕੁਝ ਦੱਸ ਕੇ ਆਇਆ ਹੈਗਾ। ਜੇ ਤਾਂ ਸੁਣਿਆ ਹੋਊਗਾ ਤਾਂ ਤੁਹਾਨੂੰ ਜ਼ਰੂਰ ਪਤਾ ਹੋਊਗਾ, ਠੀਕ ਹੈ ਨਾ। ਅਤੇ ਹੁਣ ਦੇਖੋ ਭਾਰਤ ਦੀ ਜਿਹੜੀ ਪਹਿਲੀ 5 ਸਾਲਾ ਯੋਜਨਾ ਸੀਗੀ 1951 ਦੇ ਵਿੱਚ ਹੋਈ ਸੀ, ਠੀਕ ਹੈ ਨਾ। ਇਹਦਾ ਜਿਹੜਾ ਉਦੇਸ਼ ਕੀ ਸੀਗਾ? ਡਿਵੈਲਪਮੈਂਟ ਆਫ ਇਨਫਰਾਸਟਰਕਚਰ, ਡਿਵੈਲਪਮੈਂਟ ਆਫ ਰੋਡਸ, ਜਾਂ ਡਿਵੈਲਪਮੈਂਟ ਆਫ ਡੈਮ, ਹੈ ਨਾ। ਇਹਨਾਂ ਵਿੱਚੋਂ ਕੋਈ ਨਹੀਂ। ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਹੈਗੀ ਡਿਵੈਲਪਮੈਂਟ ਆਫ ਐਗਰੀਕਲਚਰ, ਠੀਕ ਹੈ ਜੀ। ਅਗਲਾ ਸਵਾਲ ਹੈਗਾ ਜੀ 9ਵਾਂ ਸਵਾਲ, NDC, ਮੋਸਟ ਇੰਪੋਰਟੈਂਟ ਸਵਾਲ ਹੈ ਜੀ, ਨੋਟ ਕਰਿਓ। NDC ਜਿਹਦੀ ਫੁੱਲ ਫਾਰਮ ਕੀ ਹੈ ਜੀ? ਰਾਸ਼ਟਰੀ ਵਿਕਾਸ ਕੌਂਸਲ, ਠੀਕ ਹੈ ਨਾ। ਮਤਲਬ ਨੈਸ਼ਨਲ, ਇੰਗਲਿਸ਼ 'ਚ ਆ ਜਾਊਗਾ ਜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ ਪ੍ਰਧਾਨ ਕੌਣ ਸੀਗਾ ਜੀ? ਕੌਣ ਹੁੰਦਾ ਹੈਗਾ ਹੈ? 9ਵਾਂ ਸਵਾਲ ਦੇਖੋ, ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਹੈਗਾ ਜੀ ਆਪਸ਼ਨ 2, ਪ੍ਰਧਾਨ ਮੰਤਰੀ, ਜਿਹੜਾ ਕਿ NDC ਦੀ ਵਿਕਾਸ ਕੌਂਸਲ ਦਾ ਜਿਹੜਾ ਕਿ ਪ੍ਰਧਾਨ ਹੁੰਦਾ ਹੈਗਾ ਆ। ਅਗਲਾ ਸਵਾਲ ਦੇਖ ਲਓ 10ਵਾਂ, ਐਨੂਅਲ ਪਲਾਨ, ਠੀਕ ਹੈ ਜੀ। ਐਨੂਅਲ ਪਲਾਨ ਦਾ ਪੀਰੀਅਡ ਕਿੰਨਾ ਸੀ? ਦੇਖੋ ਹੋਇਆ ਕਿ ਪੰਚਵਰਸ਼ੀ ਜਿਹੜੀਆਂ ਯੋਜਨਾ ਚੱਲ ਰਹੀਆਂ ਸੀ 1951 ਤੋਂ 56 ਤੱਕ, ਪਹਿਲੀ 56 ਤੋਂ 61 ਤੱਕ ਆਈ ਸੀਗੀ, ਦੂਜੀ ਹੈ ਨਾ, ਤੀਜੀ ਹੋਈ ਗਈ ਸੀਗੀ ਜੀ 61 ਤੋਂ 66 ਤੱਕ। ਉਸ ਤੋਂ ਬਾਅਦ ਕੀ ਹੋਇਆ ਸੀਗਾ ਜੀ? 66 ਤੋਂ ਲੈ ਕੇ 1969 ਦੇ ਵਿੱਚ, ਹੈ ਨਾ, ਇਹ 3 ਸਾਲਾਂ ਦਾ ਜਿਹੜਾ ਕਿ ਹੋ ਗਿਆ ਸੀ, ਪੰਚਵਰਸ਼ੀ ਨਹੀਂ ਚੱਲੀ ਸੀਗੀ, ਸਗੋਂ ਇਹ ਹੋ ਗਿਆ ਸੀਗਾ 3 ਹਿੱਸਿਆਂ ਦਾ, ਮਤਲਬ 3 ਕੁ ਸਾਲਾਂ ਦੀ ਜਿਹੜੀ ਯੋਜਨਾ ਬਣਾਤੀ ਸੀ, ਜਿਸ ਨੂੰ ਐਨੂਅਲ ਪਲਾਨ ਕਹਿੰਦੇ ਆ, ਠੀਕ ਹੈ ਨਾ। ਐਨੂਅਲ ਪਲਾਨ ਦਾ ਜਿਹੜਾ ਪੁੱਛ ਰਿਹਾ ਹੈਗਾ ਆ ਉਹ ਪੀਰੀਅਡ ਕਿੰਨਾ ਸੀ, ਉਹ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਜੀ, 1966 ਤੋਂ 1969 ਦੇ ਵਿੱਚ, ਠੀਕ ਹੈ ਜੀ। ਇਸ ਤਰ੍ਹਾਂ ਇਸ ਸਵਾਲ ਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੋ ਜਾਊਗਾ ਦੂਜੀ ਆਪਸ਼ਨ। ਅਤੇ ਸਵਾਲ ਨੰਬਰ 11ਵਾਂ ਹੈਗਾ ਜੀ, ਯੋਜਨਾ ਕਮਿਸ਼ਨ ਦਾ ਆਖਰੀ ਡਿਪਟੀ ਚੇਅਰਮੈਨ ਕੌਣ ਸੀਗਾ? RP ਸਿਨਹਾ ਸੀਗੇ, ਸ਼ਿਆਮ ਲਾਲ ਘੋਸ਼, ਵਿਨੇ ਕੋਹਲੀ, ਜਾਂ ਮਨਟੇਕ ਸਿੰਘ ਆਹਲੂਵਾਲੀਆ, ਠੀਕ ਹੈ ਜੀ। ਇਹਦੇ ਜਿਹੜੇ ਡਿਪਟੀ ਚੇਅਰਮੈਨ ਸੀਗੇ ਉਹ ਸੀਗੇ ਜੀ ਮਨਟੇਕ ਸਿੰਘ ਆਹਲੂਵਾਲੀਆ। ਚੇਤੇ ਰੱਖਣਾ ਹੈਗਾ, ਪ੍ਰਸ਼ਨ 'ਚ ਪੁੱਛਿਆ ਜਾਂਦਾ ਪ੍ਰਸ਼ਨ ਇਹ। 12ਵਾਂ ਸਵਾਲ ਜੀ,
ਪਹਿਲੀ 5 ਸਾਲਾ ਯੋਜਨਾ ਕਿਹੜੇ ਮਾਡਲ 'ਤੇ ਆਧਾਰਿਤ ਸੀ? ਮੋਸਟ ਇੰਪੋਰਟੈਂਟ ਸਵਾਲ ਹੈ ਜੀ। ਬੇਸਿਕ ਮਤਲਬ ਜਿਹੜਾ ਪਹਿਲੀ 5 ਵਰਸ਼ ਦੀ ਜਿਹੜੀ ਯੋਜਨਾ ਬਣਾਈ ਸੀਗੀ ਜੀ, ਉਹ ਮਤਲਬ ਕਿਹੜੇ ਮਾਡਲ ਦੇ ਆਧਾਰ 'ਤੇ ਸੀਗੀ, ਹੈ ਨਾ। ਕੀ ਸੀ ਉਹਦੀ ਸਕੀਮ, ਉਹ ਕਿਹਦੇ ਵੱਲ ਦੇਖ ਕੇ ਬਣਾਈ ਸੀਗੀ ਜੀ? ਉਹ ਬਣਾਈ ਸੀਗੀ ਜੀ ਹੈਰਡ ਡੋਮਰ ਮਾਡਲ। ਆਪਸ਼ਨ 2 ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ। 13ਵਾਂ ਸਵਾਲ ਦੇਖੋ ਜੀ, 1978 ਤੋਂ ਬਾਅਦ ਕਿਹੜੀ ਸਰਕਾਰ ਨੇ ਰੋਲਿੰਗ ਯੋਜਨਾ ਸ਼ੁਰੂ ਕੀਤੀ ਸੀ? ਦੇਖੋ ਜਿਹਨੂੰ ਯੋਜਨਾ ਅਵਕਾਸ਼ ਵੀ ਕਹਿ ਦਿੰਦੇ ਆ, ਹੈ ਨਾ। ਇਹ ਜਿਹੜੀ ਯੋਜਨਾ ਅਵਕਾਸ਼ ਸੀਗਾ, ਪਹਿਲਾਂ ਤਾਂ 66-69 ਦੇ ਵਿੱਚ ਤੁਹਾਨੂੰ ਮੈਂ ਪੜ੍ਹਿਆ ਐਨੂਅਲ ਪਲਾਨ ਆਇਆ, ਹੈ ਨਾ। ਉਸ ਤੋਂ ਬਾਅਦ ਫਿਰ ਆਇਆ ਸੀਗਾ 3 ਸਾਲਾਂ ਦਾ 1978 ਦੇ ਵਿੱਚ। ਉਹ ਪੁੱਛ ਰਿਹਾ ਵੀ ਕਿਹੜੀ ਮਤਲਬ ਸਰਕਾਰ ਸੀ ਉਸ ਟਾਈਮ? ਉਹ ਸੀਗੀ ਜੀ BJP, ਠੀਕ ਹੈ ਜੀ, ਭਾਰਤੀ ਜਨਤਾ ਪਾਰਟੀ। ਬਹੁਤ ਥੋੜ੍ਹੇ ਸਮੇਂ ਲਈ ਆਈ ਸੀਗੀ, ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਜਿਹੜੀ ਜਿੱਤ ਜਾਂਦੀ ਹੈਗੀ ਆ। 13ਵੇਂ ਸਵਾਲ ਦਾ ਜਿਹੜਾ ਆਨਸਰ ਹੈਗਾ ਜੀ, ਉਹ ਜਨਤਾ ਪਾਰਟੀ ਆ ਜਾਊਗਾ। 14ਵਾਂ ਸਵਾਲ ਦੇਖੋ ਜੀ, ਜ਼ਿਆਦਾਤਰ ਪ੍ਰਸ਼ਨ ਅਸੀਂ 5 ਵਰਸ਼ ਯੋਜਨਾ ਰਿਲੇਟਡ ਹੀ ਲਿਆਂਦੇ ਹੈਗੇ ਆ, ਠੀਕ ਹੈ ਜੀ। ਕਿਹੜੀ 5 ਸਾਲਾ ਯੋਜਨਾ ਨੂੰ ਗਾਰਡਨ ਯੋਜਨਾ ਵੀ ਕਿਹਾ ਜਾਂਦਾ ਹੈਗਾ? ਦੇਖੋ ਕਿਹੜੀ ਯੋਜਨਾ ਹੈਗੀ ਹੈ ਜੀ ਜਿਹਨੂੰ ਗਾਰਡਨ ਯੋਜਨਾ ਵੀ ਕਿਹਾ ਜਾਂਦਾ ਹੈਗਾ ਹੈ ਜੀ। 14ਵਾਂ ਸਵਾਲ ਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈਗਾ ਜੀ, ਉਹ ਹੈਗੀ ਹੈ ਜੀ ਤੀਜੀ 5 ਵਰਸ਼ੀ ਯੋਜਨਾ। ਇਹਦਾ ਟਾਈਮ ਪੀਰੀਅਡ ਕੀ ਸੀਗਾ ਜੀ? 1961 ਤੋਂ ਲੈ ਕੇ 1966। ਪੁੱਛ ਸਕਦਾ ਇਹ ਜਿਹੜੀ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਸੀ, ਕਿਹੜੀ 5 ਵਰਸ਼ੀ ਯੋਜਨਾ ਦੇ ਤਹਿਤ ਆਈ ਸੀਗੀ ਜੀ? ਇਹ ਆਪਣੀ ਤੀਜੀ 5 ਵਰਸ਼ੀ ਯੋਜਨਾ ਦੇ ਤਹਿਤ ਹੀ ਆਈ ਸੀਗੀ। ਅਤੇ ਤੀਜੀ 5 ਵਰਸ਼ੀ ਯੋਜਨਾ ਦੇ ਤਹਿਤ ਹੀ FCI ਦੀ ਜਿਹੜੀ ਸਥਾਪਨਾ ਵੀ ਹੋਈ ਸੀਗੀ, ਇਹ ਵੀ ਨੋਟ ਕਰਨਾ ਹੈਗਾ ਆ। ਅਗਲਾ ਦੇਖੋ ਪ੍ਰਸ਼ਨ 15ਵਾਂ ਸਵਾਲ ਆ ਗਿਆ ਜੀ ਪੰਜਾਬ GK ਨਾਲ ਰਿਲੇਟਡ। ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਮਿਲਿਆ 1956, 81, 90 ਜਾਂ 1944? 15ਵੇਂ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ 1981 ਦੇ ਵਿੱਚ ਜਿਹੜਾ ਕਿ ਗਿਆਨਪੀਠ ਪੁਰਸਕਾਰ ਜਿਹੜਾ ਕਿ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ, ਠੀਕ ਹੈ ਨਾ। ਅਤੇ ਅਗਲਾ ਹੈਗਾ ਜੀ 16ਵਾਂ ਜੋਜੀਲਾ ਦਰਾ। ਇੰਪੋਰਟੈਂਟ ਹੈ ਜੀ, ਜੀਓਗ੍ਰਾਫੀ ਨਾਲ ਰਿਲੇਟਡ ਸਵਾਲ ਹੈਗਾ ਆ। ਜੋਜੀਲਾ ਦਰਾ ਕਿਸ ਨਾਲ ਜੁੜਦਾ ਹੈਗਾ, ਹੈ ਨਾ? ਕਸ਼ਮੀਰ ਤੋਂ ਤਿੱਬਤ, ਜਾਂ ਨੇਪਾਲ ਅਤੇ ਤਿੱਬਤ, ਜਾਂ ਲੇਹ ਤੋਂ ਕਾਰਗਲ, ਜਾਂ ਲੇਹ ਤੋਂ ਸ਼੍ਰੀਨਗਰ? ਠੀਕ ਹੈ ਜੀ। 16ਵੇਂ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈਗਾ ਜੀ ਲੇਹ ਤੋਂ ਸ਼੍ਰੀਨਗਰ, ਜਿਹੜਾ ਕਿ ਜੋਜੀਲਾ ਦਰਾ ਜੁੜਦਾ ਹੈਗਾ ਆ, ਹੈ ਨਾ। ਅਤੇ ਸਵਾਲ ਨੰਬਰ 17ਵੇਂ 'ਤੇ ਆ ਜਾਓ ਜੀ, ਹਿਮਾਲੀਅਨ ਦਰਾ ਸ਼ਿਪਕਲਾ ਕਿਸ ਵਿੱਚ ਸਥਿਤ ਹੈਗਾ? ਦੇਖੋ ਸਾਨੂੰ ਪਤਾ ਹੀ ਹੈ ਜੀ, ਜੋ ਆਪਣਾ ਸਤਲੁਜ ਦਰਿਆ ਹੈਗਾ ਆ, ਉਹ ਇੰਡੀਆ ਦੇ ਵਿੱਚ ਸ਼ਿਪਕਲਾ ਦਰੇ ਰਾਹੀਂ ਐਂਟਰ ਕਰਦਾ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ। ਅਤੇ ਇਸ ਦਾ ਜਿਹੜਾ ਆਨਸਰ ਆਊਗਾ ਜੀ, ਉਹ ਆਊਗਾ ਜੀ ਸਤਲੁਜ ਘਾਟੀ। ਸਤਲੁਜ ਘਾਟੀ ਦੇ ਵਿੱਚੋਂ ਜਿਹੜਾ ਸ਼ਿਪਕਲਾ ਦਰਾ ਹੈਗਾ ਆ, ਠੀਕ ਹੈ ਨਾ। ਨੁਬਰਾ ਵੈਲੀ ਕਿੱਥੇ ਆ ਜੀ? ਇਹ ਲੇਹ ਦੇ ਵਿੱਚ ਹੈਗੀ ਆ, ਠੀਕ ਹੈ ਨਾ। ਨੁਬਰਾ ਘਾਟੀ ਜਿਹੜੀ ਲੇਹ ਦੇ ਵਿੱਚ ਹੀ ਹੈਗੀ ਆ। ਬੰਗਲਾਦੇਸ਼ ਵਿੱਚ ਗੰਗਾ ਦਾ ਨਾਮ ਕੀ ਹੈਗਾ? ਮੋਸਟ ਇੰਪੋਰਟੈਂਟ ਸਵਾਲ ਹੈਗਾ ਜੀ। ਦੇਖੋ ਪਦਮਾ ਆ, ਭਾਗੀਰਥੀ ਆ, ਹੈ ਨਾ, ਇਹ ਵੀ ਨਹੀਂ, ਉਹ ਨੁਬਰਾ ਆ। ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈਗਾ ਜੀ, ਉਹ ਹੈਗਾ ਜੀ ਪਦਮਾ। ਮਤਲਬ ਗੰਗਾ ਨੂੰ, ਜਿਹੜੀ ਭਾਰਤ ਦੀ ਸਾਰਿਆਂ ਨਾਲੋਂ ਲੰਬੀ ਨਦੀ ਹੈਗੀ ਆ ਜੀ, ਕਿੰਨੇ ਕਿਲੋਮੀਟਰ ਬਣਦੀ ਹੈਗੀ ਜੀ? 2525 ਕਿਲੋਮੀਟਰ ਬਣਦੀ ਹੈਗੀ ਆ। ਉਹਨੂੰ ਬੰਗਲਾਦੇਸ਼ ਦੇ ਵਿੱਚ ਕੀ ਕਹਿੰਦੇ ਆ ਜੀ? ਪਦਮਾ ਕਹਿੰਦੇ ਆ। ਅਤੇ ਹੈ ਨਾ, ਇਹ ਜਿਹੜੀ ਗੰਗਾ ਹੈਗੀ ਆ ਜੀ, ਇਹ ਨਿਕਲਦੀ ਹੈਗੀ ਆ, ਤੁਹਾਨੂੰ ਪਤਾ ਆ ਆਪਣਾ ਕਦੋਂ ਭਾਗੀਰਥੀ, ਠੀਕ ਹੈ ਜੀ। 5-6 ਨਦੀਆਂ ਮਿਲਦੀਆਂ ਹੈਗੀਆਂ ਉੱਤਰਾਖੰਡ ਦੇ ਵਿੱਚ, ਹੈ ਨਾ, ਜਿੱਥੇ ਰੁਦਰ ਪ੍ਰਯਾਗ, ਕਰਨ ਪ੍ਰਯਾਗ ਆ, ਹੈ ਨਾ, ਵਿਸ਼ਨੂੰ ਪ੍ਰਯਾਗ ਆ। ਜਿੱਦਾਂ ਅਲਕਨੰਦਾ ਅਤੇ ਭਾਗੀਰਥੀ ਮਿਲਦੀਆਂ ਹੈਗੀਆਂ, ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ? ਗੰਗਾ ਦਾ ਨਿਰਮਾਣ ਹੁੰਦਾ ਹੈਗਾ ਆ। ਅਤੇ ਗੰਗਾ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਸਹਾਇਕ ਨਦੀ ਹੈਗੀ ਆ ਜੀ, ਉਹ ਕਿਹੜੀ ਆ ਜੀ? ਚੰਬਲ ਨਦੀ, ਹੈ ਨਾ। ਉਹ ਚੰਬਲ ਨਦੀ ਸਹਾਇਕ ਨਦੀ ਹੈ ਜੀ। ਚੰਬਲ ਨਦੀ ਕਿੱਥੇ ਹੈਗੀ? ਰਾਜਸਥਾਨ ਦੇ ਕੋਟਾ ਸ਼ਹਿਰ ਜਿਹੜਾ ਕਿ ਵਸਿਆ ਹੋਇਆ ਇਸ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਡਾ ਸ਼ਹਿਰ ਹੈ ਚੰਬਲ ਨਦੀ 'ਤੇ, ਠੀਕ ਹੈ ਜੀ। ਯਮੁਨਾ ਵੀ ਇਸ ਦੀ ਸਹਾਇਕ ਨਦੀ ਹੈਗੀ ਆ, ਕਿਹਦੀ ਹੈ ਜੀ? ਇਹ ਆਪਣੀ ਗੰਗਾ ਦੀ, ਠੀਕ ਹੈ ਨਾ। ਅਤੇ ਫਿਰ ਮੁੜ ਕੇ ਗੰਗਾ ਜਿਹੜੀ ਹੈਗੀ ਆ ਬੰਗਲਾਦੇਸ਼ ਦੇ ਵਿੱਚ, ਆਪਣੇ ਬੰਗਲਾਦੇਸ਼ ਐਂਟਰ ਕਰਨ ਤੋਂ ਪਹਿਲਾਂ ਕਿੱਥੇ ਮਿਲਦੀ ਹੈਗੀ ਹੈ ਜੀ? ਬ੍ਰਹਮਪੁੱਤਰ ਦੇ ਨਾਲ ਮਿਲਦੀ ਹੈਗੀ ਆ, ਉੱਥੇ ਸੁੰਦਰਬਨ ਡੈਲਟਾ ਬਣਾਉਂਦੀ ਹੈਗੀ ਆ, ਠੀਕ ਹੈ ਨਾ। ਸੁੰਦਰਬਨ ਡੈਲਟਾ ਦੇ ਵਿੱਚ ਹੀ ਮੈਂਗਰੋਵ ਜਿਹੜੇ ਜੰਗਲ ਪਾਏ ਜਾਂਦੇ ਹੈਗੇ ਆ, ਇਹ ਵੀ ਗੱਲ ਤੁਸੀਂ ਨੋਟ ਰੱਖਣੀ ਹੈਗੀ ਆ। ਅਤੇ ਸਾਰਿਆਂ ਨਾਲੋਂ ਵੱਡਾ ਡੈਲਟਾ ਹੈਗਾ ਹੈ ਜੀ ਸੁੰਦਰਬਨ ਡੈਲਟਾ, ਜਿਹੜਾ ਕਿ ਪੱਛਮ ਬੰਗਾਲ ਦੇ ਵਿੱਚ ਸਥਿਤ ਹੈਗਾ। 19ਵਾਂ ਸਵਾਲ ਦੇਖੋ ਜੀ, ਕਿਸ ਨਦੀ ਨੂੰ ਬੰਗਾਲ ਦਾ ਸ਼ੋਕ ਕਿਹਾ ਜਾਂਦਾ ਹੈ? ਦੇਖੋ ਕੋਸੀ ਨਦੀ ਕਿੱਥੇ ਹੈ ਜੀ? ਕੋਸੀ ਆਉਂਦੀ ਹੈ ਜੀ ਨੇਪਾਲ ਤੋਂ, ਹੈ ਨਾ। ਇਹ ਜਿਹੜੀ ਕੋਸੀ ਨਦੀ ਆ, ਇਹਨੂੰ ਕਹਿੰਦੇ ਹੈਗੇ ਆ ਜੀ ਬਿਹਾਰ ਦਾ ਸ਼ੋਕ। ਬਿਹਾਰ ਦਾ ਸ਼ੋਕ ਇਹਨੂੰ ਨਦੀ ਨੂੰ ਕਹਿੰਦੇ ਆ ਜੀ, ਕੋਸੀ ਨੂੰ। ਭਾਗੀਰਥੀ ਕਿੱਥੇ ਹੈ ਜੀ? ਉੱਤਰਾਖੰਡ ਦੇ ਵਿੱਚ ਪੈਂਦੀ ਹੈਗੀ ਆ, ਠੀਕ ਹੈ ਜੀ। ਅਤੇ ਦਮੋਦਰ ਨਦੀ ਜਿਹੜਾ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ। ਕਿਸ ਨਦੀ ਨੂੰ ਬੰਗਾਲ ਦਾ ਸ਼ੋਕ ਕਹਿੰਦੇ ਆ ਜੀ? ਉਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ, ਉਹ ਦਮੋਦਰ। ਕਿਉਂ ਕਹਿੰਦੇ ਆ ਜੀ? ਕਿਉਂਕਿ ਇਹ
ਜਿਹੜੀ ਬੰਗਾਲ ਦੇ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਕਰ ਦਿੰਦੀ ਹੈ, ਤਾਂ ਕਰਕੇ ਇਸ ਨੂੰ ਬੰਗਾਲ ਦਾ ਅਸ਼ੋਕ ਕਿਹਾ ਜਾਂਦਾ। ਅਗਲਾ ਸਵਾਲ ਦੇਖੋ 20ਵਾਂ, ਕਿਹੜੀ ਨਦੀ ਨੂੰ ਵ੍ਰਿਧ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ? ਕ੍ਰਿਸ਼ਨਾ ਆ, ਮਹਾਨਦੀ ਆ ਜਾਂ ਕਾਵੇਰੀ ਆ? ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਗੋਦਾਵਰੀ ਆ। ਠੀਕ ਹੈ ਜੀ। ਗੋਦਾਵਰੀ ਨਿਕਲਦੀ ਕਿੱਥੋਂ ਆ ਜੀ? ਮਹਾਰਾਸ਼ਟਰ 'ਚੋਂ ਨਿਕਲਦੀ ਹੈਗੀ ਆ। ਅਤੇ ਇਹਨੂੰ ਤਾਂ ਇਸੇ ਕਰਕੇ ਜਿਹੜਾ ਵ੍ਰਿਧ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਇਹ ਜਿਹੜੀ ਹੈਗੀ ਹੈ ਜੀ ਇਹ ਸੈਕੰਡ ਲਾਰਜੈਸਟ ਨਦੀ ਆਫ ਇੰਡੀਆ ਹੈਗੀ ਆ। ਠੀਕ ਹੈ ਨਾ। ਪਹਿਲੇ 'ਤੇ ਕੌਣ ਹੈ ਜੀ? ਗੰਗਾ ਸਾਰਿਆਂ ਨਾਲੋਂ ਲੰਬੀ ਨਦੀ ਹੈ। ਦੂਜੇ 'ਤੇ ਹੈਗੀ ਹੈ ਜੀ ਗੋਦਾਵਰੀ, ਹੈ ਨਾ। ਅਤੇ ਕ੍ਰਿਸ਼ਨਾ ਨਦੀ ਵੀ ਜਿਹੜੀ ਕਿ ਇੰਡੀਆ ਦੇ ਵਿੱਚ ਹੀ ਹੈਗੀ ਆ। ਅਤੇ ਮਹਾਨਦੀ ਜਿਸ ਦੇ ਉੱਪਰ ਹੀ ਜਿਹੜਾ ਮਤਲਬ ਹੀਰਾਕੁੰਡ ਡੈਮ ਹੈ ਨਾ, ਉੜੀਸਾ ਦੇ ਵਿੱਚ ਪੈਂਦਾ ਹੈਗਾ ਜੀ। ਉੜੀਸਾ ਦੇ ਵਿੱਚ ਉਹ ਜਿਹੜਾ ਮਹਾਨਦੀ ਦੇ ਉੱਪਰ ਹੀ ਬਣਿਆ ਹੋਇਆ ਹੈਗਾ। ਕਾਵੇਰੀ ਜਿਹੜੀ ਨਦੀ ਹੈ ਕਿੱਥੇ ਵਗਦੀ ਹੈ ਜੀ? ਇਹ ਤਾਮਿਲਨਾਡੂ ਦੇ ਵਿੱਚ, ਸੌਰੀ ਕਰਨਾਟਕ ਦੇ ਵਿੱਚ ਵਹਿੰਦੀ ਹੈਗੀ ਆ। ਠੀਕ ਹੈ ਨਾ। ਇਹ ਜ਼ਰੂਰ ਚੇਤੇ ਰੱਖਣਾ। ਅਗਲਾ ਸਵਾਲ ਦੇਖੋ ਜੀ 21ਵਾਂ, ਕਿਹੜੀ ਨਦੀ ਗੰਗਾ ਦੀ ਸਹਾਇਕ ਨਦੀ ਨਹੀਂ ਹੈਗੀ? ਨੋਟ ਕਰਨਾ, ਸਹਾਇਕ ਨਦੀ ਕੀ ਆ? ਸਮਝ ਲਓ ਗੰਗਾ ਜਾਣਦੇ ਹੀ ਆ। ਠੀਕ ਹੈ ਜੀ। ਆਹ ਗੰਗਾ ਹੈਗੀ ਆ। ਇਹਦੇ ਵਿੱਚ ਜਿਹੜੀਆਂ ਆਲੇ ਦੁਆਲੇ ਨਦੀਆਂ ਮਿਲ ਕੇ ਵੱਡੀ ਨਦੀ ਬਣਾਉਂਦੀਆਂ ਹੈਗੀਆਂ ਉਹਨਾਂ ਨੂੰ ਕੀ ਕਹਿੰਦੇ ਹੈਗੇ ਆ? ਸਹਾਇਕ ਨਦੀਆਂ, ਹੈ ਨਾ। ਅਤੇ ਹੁਣ ਪੁੱਛਿਆ ਵੀ ਕਿਹੜੀ ਸਹਾਇਕ ਨਦੀ? ਯਮੁਨਾ ਬਿਲਕੁਲ ਹੈਗੀ ਆ। ਸੋਨ ਨਦੀ ਵੀ ਹੈਗੀ ਆ ਜੀ, ਗੋਮਤੀ ਵੀ ਹੈਗੀ ਆ। ਅਤੇ ਜਿਹੜਾ ਸਤਲੁਜ ਆ ਉਹ ਤਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜਿਹੜਾ ਕਿ ਗੰਗਾ ਦੇ ਵਿੱਚ ਨਹੀਂ ਮਿਲਦਾ। ਇਸ ਤਰ੍ਹਾਂ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਆਪਸ਼ਨ 4 ਆ। ਗੋਮਤੀ ਨਦੀ ਜਿਹੜਾ ਲਖਨਊ, ਠੀਕ ਹੈ ਜੀ, ਲਖਨਊ ਸ਼ਹਿਰ ਹੈਗਾ ਹੈ ਯੂਪੀ ਦਾ, ਉਹ ਜਿਹੜਾ ਗੋਮਤੀ ਨਦੀ ਦੇ ਕੰਢੇ 'ਤੇ ਵਸਿਆ ਹੈਗਾ ਹੈ ਜੀ। ਜਿਹੜੀ ਗੋਮਤੀ ਨਦੀ ਆ ਇਹ ਯੂਪੀ ਦੀ ਫੁਲਹਰ ਝੀਲ ਦੇ ਵਿੱਚੋਂ ਨਿਕਲਦੀ ਹੈਗੀ ਆ। ਠੀਕ ਹੈ ਨਾ। ਅਤੇ ਹੁਣ ਅੱਗੇ ਆ ਜਾਓ 22ਵਾਂ ਸਵਾਲ ਦੇਖੋ ਜੀ, ਅਰਾਵਲੀ ਪਰਬਤ ਮੋਸਟ ਇੰਪੋਰਟੈਂਟ। ਅਰਾਵਲੀ ਪਰਬਤ ਕਿਸ ਰਾਜ ਵਿੱਚ ਹਨ? ਦੇਖੋ ਰਾਜਸਥਾਨ 'ਚ, ਹਿਮਾਚਲ 'ਚ ਤਾਂ ਨਹੀਂ ਆ, ਉੱਤਰਾਖੰਡ 'ਚ ਵੀ ਨਹੀਂ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਨਹੀਂ ਹੋ। ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਹੈਗਾ ਰਾਜਸਥਾਨ। ਪੁੱਛਿਆ ਜਾ ਸਕਦਾ ਵੀ ਭਾਰਤ ਦਾ ਸਾਰਿਆਂ ਨਾਲੋਂ ਪੁਰਾਣਾ ਪਰਬਤ ਕਿਹੜਾ ਹੈਗਾ ਆ ਜੀ? ਉਹ ਕਿਹੜਾ ਹੈ ਜੀ? ਅਰਾਵਲੀ ਪਰਬਤ ਹੀ ਆ। ਠੀਕ ਹੈ ਨਾ। ਅਰਾਵਲੀ ਪਰਬਤ ਹੀ ਆ। ਇਹ ਕਿੱਥੋਂ ਹੈ? ਰਾਜਸਥਾਨ, ਹਰਿਆਣਾ, ਦਿੱਲੀ ਤੱਕ ਵੀ ਮਾੜਾ ਮੋਟਾ ਫੈਲਿਆ ਹੋਇਆ ਹੈਗਾ ਆ। ਠੀਕ ਹੈ ਨਾ। ਜਿਹੜਾ ਦਿੱਲੀ ਦਾ ਜਿਹੜਾ ਰਾਸ਼ਟਰਪਤੀ ਭਵਨ ਹੈਗਾ ਆ ਉਹ ਜਿਹੜਾ ਇਸੇ ਹੀ ਇਹਨਾਂ ਦੀ ਇਹ ਜਿਹੜੀ ਸ਼੍ਰਿੰਖਲਾ ਹੈਗੀ ਅਰਾਵਲੀ ਉਹਦੀ ਸ਼੍ਰਿੰਖਲਾ ਦਾ ਹਿੱਸਾ ਹੀ ਹੈਗਾ ਜਿਸ 'ਤੇ ਉਹ ਬਣਿਆ ਹੋਇਆ ਹੈਗਾ ਆ। ਅਤੇ ਇਸ ਤਰ੍ਹਾਂ 22ਵੇਂ ਸਵਾਲ ਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਆਪਸ਼ਨ 1। ਪ੍ਰਸ਼ਨ ਨੰਬਰ 23ਵਾਂ, ਭਾਰਤ ਦੀ ਪਹਿਲੀ ਕੋਲੇ ਦੀ ਖਾਣ ਕਿਹੜੀ ਆ? ਦੇਖੋ ਸਾਰਿਆਂ ਨਾਲੋਂ ਜ਼ਿਆਦਾ ਕੋਲਾ ਕਿੱਥੇ ਨਿਕਲਦਾ ਜੀ? ਉਹ ਨਿਕਲਦਾ ਧੰਨਵਾਦ ਦੇ ਵਿੱਚ। ਠੀਕ ਹੈ ਨਾ। ਧੰਨਵਾਦ ਕਿੱਥੇ ਪੈਂਦਾ ਜੀ? ਮੱਧ ਪ੍ਰਦੇਸ਼ ਦੇ ਵਿੱਚ, ਹੈ ਨਾ। ਕੋਲੇ ਨੂੰ ਕੀ ਕਿਹਾ ਜਾਂਦਾ ਹੈਗਾ ਜੀ? ਕਾਲਾ ਸੋਨਾ, ਹੈ ਨਾ। ਅਤੇ ਕੋਲੇ ਦੀ ਗੱਲ ਆਈ ਹੈ, ਕੋਲੇ ਤੋਂ ਦੇਖ ਲਓ ਵੀ ਸਾਰਿਆਂ ਨਾਲੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ ਜੀ? ਉਹ ਹੈਗਾ ਜੀ ਐਂਥਰੇਸਾਈਟ। ਠੀਕ ਹੈ ਜੀ। ਕੋਲਾ ਕਿੰਨੇ ਤਰ੍ਹਾਂ ਦਾ ਹੁੰਦਾ ਜੀ? 4 ਤਰ੍ਹਾਂ ਦਾ ਹੁੰਦਾ ਹੈਗਾ। ਸਾਰਿਆਂ ਨਾਲੋਂ ਮਾੜੀ ਕਿਸਮ ਕੋਲੇ ਦੀ ਕਿਹੜੀ ਹੈ ਜੀ? ਪੀਟ। ਅਤੇ ਕੋਲਾਰ ਦੇਖ ਲਓ, ਕੋਲਾਰ ਕਿੱਥੇ ਹੈ ਜੀ? ਕਰਨਾਟਕ ਦੇ ਵਿੱਚ ਹੈਗਾ ਆ। ਇਹ ਕਾਹਦੇ ਲਈ ਮਸ਼ਹੂਰ ਹੈਗਾ ਜੀ? ਇੱਥੋਂ ਨਿਕਲਦਾ ਹੈਗਾ ਜੀ ਸੋਨਾ। ਅਤੇ ਕੋਲਾਰ ਦੇ ਨਾਲ ਹੋਰ ਕਿਹੜੀ ਮਸ਼ਹੂਰ ਹੈ ਸ਼ਹਿਰ? ਹੱਟੀ। ਕੋਲਾਰ ਅਤੇ ਹੱਟੀ 'ਚੋਂ ਨਿਕਲਦਾ ਹੈਗਾ ਜੀ ਸੋਨਾ, ਹੈ ਨਾ। ਅਤੇ ਇਹ ਜਿਹੜਾ 23ਵੇਂ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਹੈਗਾ ਜੀ ਰਾਣੀਗੰਜ। ਠੀਕ ਹੈ ਨਾ। ਪਹਿਲੀ ਸਾਰਿਆਂ ਨਾਲੋਂ ਵੱਧ ਜਿਹੜੀ ਇਹ ਕੋਲੇ ਦੀ ਖਾਣ ਜਿਹੜੀ ਮਿਲੀ ਸੀਗੀ ਜੀ ਉਹ ਹੈਗੀ ਆ ਰਾਣੀਗੰਜ। 1774 ਦੇ ਵਿੱਚ ਅੰਗਰੇਜ਼ਾਂ ਦੁਆਰਾ ਜਿਹੜੀ ਕਿ ਇਹ ਖਾਣ ਚਲਾਈ ਗਈ ਸੀ। ਠੀਕ ਹੈ ਨਾ। 24ਵਾਂ ਸਵਾਲ ਦੇਖੋ, ਕਿਹੜਾ ਰਾਜ 7 ਸਿਸਟਰ, ਠੀਕ ਹੈ ਜੀ, 7 ਭੈਣਾਂ ਕਹਿ ਸਕਦੇ ਹਾਂ ਜਾਂ 7 ਸਿਸਟਰ ਕਹਿ ਸਕਦੇ ਹੈਗੇ ਆ। ਠੀਕ ਹੈ। 7 ਸਿਸਟਰ ਦਾ ਮੈਂਬਰ ਹੈਗਾ ਆ। ਠੀਕ ਹੈ। ਬੰਗਾਲ ਜਿਹੜਾ ਕਿ ਨਹੀਂ ਹੈਗਾ। ਠੀਕ ਹੈ ਜੀ। ਤ੍ਰਿਪੁਰਾ ਜਾਂ ਉੜੀਸਾ ਵੀ ਹੈ ਨਹੀਂ ਆ ਜੀ, ਸੌਰੀ ਇਹ ਉੜੀਸਾ ਵੀ ਜਿਹੜਾ ਹੈ ਨਹੀਂ ਆ 7 ਸਿਸਟਰ ਦਾ ਭਾਗ, ਨਾ ਬਿਹਾਰ ਆ ਜੀ। ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈਗਾ ਜੀ ਤ੍ਰਿਪੁਰਾ। ਤ੍ਰਿਪੁਰਾ ਮਤਲਬ ਅਸਾਮ, ਜਿੱਦਾਂ ਅਸਾਮ ਹੋ ਗਿਆ, ਮੇਘਾਲਿਆ, ਤ੍ਰਿਪੁਰਾ, ਮਨੀਪੁਰ, ਨਾਗਾਲੈਂਡ, ਹੈ ਨਾ, ਆਪਣਾ ਅਰੁਣਾਚਲ ਹੋ ਗਿਆ। ਇਹ ਕਿਹੜੇ ਇਲਾਕੇ ਹੈਗੇ ਜੀ? ਇਹ 7 ਸਿਸਟਰ ਦੇ ਵਿੱਚ ਆਉਂਦੇ ਹੈਗੇ ਆ। ਠੀਕ ਹੈ ਜੀ। ਇਹ ਕਿਹਦੇ ਵਿੱਚ ਆਉਂਦੇ ਆ ਜੀ? 7 ਸਿਸਟਰ ਦੇ ਵਿੱਚ ਆਉਂਦੇ ਆ। ਅਤੇ ਤ੍ਰਿਪੁਰਾ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਅਸਾਮ ਦੇ ਨਾਲ ਪੈਂਦਾ ਹੈਗਾ ਆ। ਅਤੇ ਵੱਧ ਜਿਹੜਾ ਇਹਦਾ ਹਿੱਸਾ ਹੈ ਉਹ ਕਿਹਦੇ ਨਾਲ ਟੱਚ ਕਰਦਾ ਹੈ? ਇਹਦੀ ਬਾਉਂਡਰੀ ਲਾਈਨ ਉਹ ਬੰਗਲਾਦੇਸ਼ ਦੇ ਨਾਲ ਟੱਚ ਕਰਦੀ ਹੈਗੀ ਆ। ਠੀਕ ਹੈ ਜੀ। ਅਤੇ ਇਸ ਤਰ੍ਹਾਂ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਤ੍ਰਿਪੁਰਾ ਆ ਜਾਏਗਾ। ਅਗਲਾ ਦੇਖੋ 25ਵਾਂ ਸਵਾਲ ਹੈ ਜੀ, ਲਕਸ਼ਦੀਪ ਟਾਪੂ ਡੈਸ਼ ਵਿੱਚ ਸਥਿਤ ਹੈਗਾ। ਠੀਕ ਹੈ ਜੀ। ਜੋ ਭਾਰਤ ਦਾ ਨਕਸ਼ਾ ਥੱਲੇੋਂ ਕੁਛ ਇਸ ਤਰ੍ਹਾਂ ਦਾ ਆ। ਜਿਹੜਾ ਲਕਸ਼ਦੀਪ ਆ ਉਹ ਖੱਬੀ ਸਾਈਡ ਪੈਂਦਾ ਹੈਗਾ, ਹੈ ਨਾ। ਉਹ ਕਿਹੜੇ ਮਤਲਬ ਪੁੱਛ ਰਿਹਾ ਕਿਹੜੇ ਮਹਾਂਸਾਗਰ 'ਚ ਪੈਂਦਾ ਹੈ ਜੀ? ਉਹ ਪੈਂਦਾ ਹੈਗਾ ਜੀ ਅਰਬ ਸਾਗਰ ਦੇ ਵਿੱਚ। ਠੀਕ ਹੈ ਜੀ। ਲਕਸ਼ਦੀਪ ਟਾਪੂ। ਅਤੇ ਜੇ ਪੁੱਛ ਲਵੇ ਅੰਡੇਮਾਨ ਨਿਕੋਬਾਰ ਉਹ ਕਿਹ 'ਚ ਪੈਂਦਾ ਹੈ ਜੀ? ਉਹ ਪੈਂਦਾ ਜੀ ਹਿੰਦ ਮਹਾਂਸਾਗਰ ਦੇ ਵਿੱਚ। ਠੀਕ ਹੈ ਜੀ। ਇਸ ਤਰ੍ਹਾਂ ਚੀਜ਼ਾਂ ਚੇਤੇ ਰੱਖਣੀਆਂ ਹੈਗੀਆਂ ਆ। ਅਤੇ 26ਵਾਂ ਸਵਾਲ ਦੇਖੋ ਜੀ, ਗਦਰ ਪਾਰਟੀ ਦਾ ਮੋਢੀ ਕੌਣ ਸੀਗਾ?
ਠੀਕ ਹੈ ਨਾ। ਗਦਰ ਪਾਰਟੀ ਤੁਹਾਨੂੰ ਪਤਾ ਹੈ 1913 ਦੇ ਵਿੱਚ ਗਠਿਤ ਹੋਈ ਸੀਗੀ ਅਤੇ ਇਹਦਾ ਜਿਹੜਾ ਮੋਢੀ ਸੀਗਾ ਜੀ ਉਹ ਸੋਹਣ ਸਿੰਘ ਭਕਨਾ ਸੀਗਾ ਜੀ, ਠੀਕ ਹੈ ਨਾ। ਅਤੇ ਅਗਲਾ ਹੈਗਾ 27ਵਾਂ ਸਵਾਲ ਜੀ, ਡੈਸ਼ ਦੀ ਸਹਿਮਤੀ ਦੇ ਨਾਲ ਰਾਜ ਵਿਧਾਨ ਸਭਾ ਵਿੱਚ ਮਨੀ ਬਿੱਲ ਪੇਸ਼ ਕੀਤੇ ਜਾਂਦੇ ਹਨ, ਠੀਕ ਹੈ ਜੀ। ਜਿਹੜੇ ਮਨੀ ਬਿੱਲ ਹੁੰਦੇ ਹੈਗੇ ਆ, ਜਿਹੜੇ ਸੈਂਟਰ ਦੇ ਹੁੰਦੇ ਆ, ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਆ ਜੀ? 110 ਆਰਟੀਕਲ ਦੇ ਵਿੱਚ ਮਨੀ ਬਿੱਲ ਹੈਗੇ ਆ। ਅਤੇ ਜੇਕਰ ਗੱਲ ਕਰਦੇ ਆ ਜੀ ਆਪਣੀ ਰਾਜ ਵਿਧਾਨ ਸਭਾ ਦੀ ਰਾਜਾਂ ਦੀ, ਤਾਂ ਉਹ ਕਿਹਦੀ ਸਹਿਮਤੀ ਨਾਲ ਪੇਸ਼ ਹੁੰਦੇ ਆ ਜੀ? ਉਹ ਹੁੰਦੇ ਆ ਜੀ ਗਵਰਨਰ, ਜਿਸ ਨੂੰ ਰਾਜਪਾਲ ਵੀ ਕਹਿੰਦੇ ਹੈਗੇ ਆ, ਠੀਕ ਹੈ ਨਾ। ਅਤੇ 28ਵਾਂ ਸਵਾਲ ਦੇਖ ਲਓ ਜੀ, ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਡੈਸ਼ ਘੋਸ਼ਿਤ ਕਰਦੀ ਹੈਗੀ ਆ। ਜੇ ਪੁੱਛ ਲਵੇ ਵੀ ਜਿਹੜੀ ਸੰਵਿਧਾਨ ਦੀ ਆ, ਉਹ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈਗਾ ਜੀ? ਉਹ ਕਿਹਾ ਜਾਂਦਾ ਹੈਗਾ ਜੀ ਪ੍ਰਸਤਾਵਨਾ ਨੂੰ, ਠੀਕ ਹੈ ਜੀ। ਅਤੇ ਇਹ ਜਿਹੜੀ ਮਤਲਬ ਭਾਰਤ ਨੂੰ ਕੀ ਘੋਸ਼ਿਤ ਕਰਦੀ ਹੈ ਜੀ? ਇਹ ਕਰਦੀ ਹੈ ਜੀ ਆਪਸ਼ਨ 3 ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ, ਇੱਕ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ, ਠੀਕ ਹੈ ਨਾ। ਆਪਸ਼ਨ 3 ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਆ। ਦੇਖੋ 29ਵਾਂ ਸਵਾਲ ਦੇਖ ਲਓ, ਰੋਲਟ ਐਕਟ ਜਿਸ ਨੂੰ ਕੀ ਕਹਿੰਦੇ ਆ ਜੀ? ਕਾਲਾ ਕਾਨੂੰਨ, ਅੰਗਰੇਜ਼ਾਂ ਵੱਲੋਂ ਲਿਆਂਦਾ ਗਿਆ ਸੀਗਾ, ਸ਼ਾਇਦ 1919 'ਚ ਆਇਆ ਸੀ। ਅਤੇ ਇਹਦਾ ਜਿਹੜਾ ਉਦੇਸ਼ ਇੱਕੋ ਇੱਕ ਸੀਗਾ ਵੀ ਬਿਨਾਂ ਮੁਕੱਦਮੇ ਤੋਂ ਹੀ ਮਤਲਬ ਕੈਦ ਕਰ ਲਓ ਬੰਦੇ ਨੂੰ ਅਤੇ ਚੱਕ ਲਓ, ਮਤਲਬ ਸ਼ੱਕ ਦੇ ਆਧਾਰ ਦੇ ਉੱਪਰ ਬੰਦੇ ਨੂੰ ਚੱਕ ਲਿਆ ਜਾਂਦਾ ਸੀਗਾ ਰੋਲਟ ਐਕਟ ਦੇ ਨਾਲ, ਠੀਕ ਆ ਨਾ। 29ਵੇਂ ਸਵਾਲ ਦਾ ਜਿਹੜਾ ਆਪਸ਼ਨ 2 ਜਿਹੜਾ ਬਿਲਕੁਲ ਰਾਈਟ ਜਵਾਬ ਹੈਗਾ ਆ। ਦੇਖੋ ਤੀਸਰਾ ਪ੍ਰਸ਼ਨ ਦੇਖ ਲਓ, ਡੈਸ਼ ਦੇ ਕਾਰਨ ਖੁੱਲ੍ਹੇ ਵਿੱਚ ਪਏ ਦੁੱਧ ਦਾ ਸਵਾਦ ਜਿਹੜਾ ਕਿ ਉਹ ਬਦਲ ਜਾਂਦਾ ਹੈਗਾ ਆ, ਹੈ ਨਾ। ਕਿਉਂ ਬਦਲ ਜਾਂਦਾ ਹੈ? ਕਾਰਨ ਪੁੱਛ ਰਿਹਾ ਕਾਰਬੋਨਿਕ ਐਸਿਡ ਦੇ ਨਾਲ, ਨਹੀਂ ਜੀ। ਸਿਟਰਕ ਐਸਿਡ ਨਾਲ, ਨਹੀਂ ਜੀ। ਲੈਕਟਿਕ ਜਾਂ ਮੌਲਿਕ ਐਸਿਡ ਨਾਲ, ਨਹੀਂ। ਇਹ ਜਿਹੜਾ ਬਿਲਕੁਲ ਸਹੀ ਜਵਾਬ ਹੈਗਾ ਜੀ ਉਹ ਹੈਗਾ ਜੀ ਲੈਕਟਿਕ ਐਸਿਡ, ਠੀਕ ਹੈ ਜੀ। ਲੈਕਟਿਕ ਐਸਿਡ ਕਿਹੜਾ ਹੈ ਜੀ? ਦੁੱਧ ਦੇ ਵਿੱਚ ਵੀ ਜਿਹੜਾ ਲੈਕਟਿਕ ਐਸਿਡ ਪਾਇਆ ਜਾਂਦਾ ਹੈਗਾ ਆ, ਜਦੋਂ ਦੁੱਧ ਦੇ ਉੱਪਰ ਦੁੱਧ ਤੋਂ ਦਹੀਂ ਬਣਦਾ ਹੈਗਾ ਤਾਂ ਇਹੀ ਜਿਹੜਾ ਐਸਿਡ ਹੈਗਾ ਜੀ ਉਹ ਆਪਣਾ ਕੀ ਕਰਦਾ ਹੈਗਾ? ਮਦਦ ਕਰਦਾ ਹੈਗਾ ਦੁੱਧ ਜਮਾਉਣ ਦੇ ਵਿੱਚ। ਅਤੇ 31ਵਾਂ ਸਵਾਲ ਦੇਖ ਲਓ ਜੀ, ਕੌਣ ਸਾਹਿਤ ਅਕੈਡਮੀ 31ਵਾਂ ਹੈਗਾ ਹੈ ਜੀ, ਕੌਣ ਸਾਹਿਤ ਅਕੈਡਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਆ? ਦਲੀਪ ਕੌਰ ਟਿਵਾਣਾ ਜਾਂ ਅੰਮ੍ਰਿਤਾ ਪ੍ਰੀਤਮ? ਅੰਮ੍ਰਿਤਾ ਪ੍ਰੀਤਮ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ, ਠੀਕ ਹੈ ਜੀ, ਨੋਟ ਕਰ ਲਿਓ। ਅਗਲਾ ਹੈਗਾ ਜੀ 32ਵਾਂ ਸਵਾਲ, ਦਾ ਫਿਲਮ ਆਫ ਲਿਬਰਟੀ ਨਾਮਕ ਸਮਾਰਕ ਕਿਸ ਨਾਲ ਸੰਬੰਧਿਤ ਹੈਗਾ? ਮੋਸਟ ਇੰਪੋਰਟੈਂਟ ਸਵਾਲ ਹੈਗਾ। ਇਹ ਕਿਹਦੇ ਨਾਲ ਸੰਬੰਧਿਤ ਹੈਗਾ ਜੀ? ਜਲ੍ਹਿਆਂਵਾਲੇ ਬਾਗ ਹੱਤਿਆਕਾਂਡ ਦੇ ਨਾਲ ਸੰਬੰਧਿਤ ਹੈਗਾ। ਆਪਸ਼ਨ ਪਹਿਲਾ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ। ਕਾਮਾਘਾਟਾ ਮਾਰੂ ਤੁਹਾਨੂੰ ਮੈਂ ਦੱਸਿਆ ਸੀਗਾ 1914 ਦੇ ਵਿੱਚ ਵਾਪਰਿਆ, ਕਿਹਦੀ ਅਗਵਾਈ ਦੇ ਹੇਠ ਸੀਗਾ ਜੀ? ਬਾਬਾ ਗੁਰਦਿੱਤ ਸਿੰਘ, ਹੈ ਨਾ। ਕਿੰਨੇ ਬੰਦੇ ਸੀ ਜਹਾਜ਼ ਦੇ ਵਿੱਚ? 376, ਠੀਕ ਹੈ। ਗਦਰ ਮੂਵਮੈਂਟ ਜਿਹੜੀ ਚੱਲੀ ਸੀਗੀ ਉਹ ਕਦੋਂ ਹੋਈ ਸੀਗੀ? 1913 ਦੇ ਵਿੱਚ, ਠੀਕ ਹੈ ਜੀ। ਅਤੇ ਇਹ ਚੇਤੇ ਰੱਖਣਾ ਹੈਗਾ, ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਜਿਹੜਾ 1919 ਦੇ ਵਿੱਚ ਹੋਇਆ ਸੀ। ਮਾਈਕਲ ਓਡਾਇਰ ਜਿਹੜਾ ਕੀ ਸੀਗਾ? ਗਵਰਨਰ ਸੀ, ਲੈਫਟੀਨੈਂਟ ਗਵਰਨਰ ਸੀਗਾ, ਹੈ ਨਾ। ਅਤੇ ਇਹਦਾ ਜਿਹੜਾ ਬਦਲਾ ਸੀ ਜਲ੍ਹਿਆਂਵਾਲੇ ਬਾਗ ਹੱਤਿਆਕਾਂਡ ਦਾ, ਉਹ ਕਿਹਨੇ ਲਿਆ ਸੀਗਾ ਜੀ? ਸ਼ਹੀਦ ਊਧਮ ਸਿੰਘ ਜੀ ਨੇ ਲਿਆ ਸੀਗਾ। ਤਾਂ ਇਹ 32ਵੇਂ ਸਵਾਲ ਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈ ਜੀ ਉਹ ਹੈਗਾ ਆਪਸ਼ਨ 1। ਦੇਖੋ ਕਿਹੜਾ ਡਾਂਡੀ ਮਾਰਚ ਨਾਲ ਸ਼ੁਰੂ ਹੋਇਆ ਸੀ? ਮਤਲਬ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਡਾਂਡੀ ਮਾਰਚ ਕੀ ਸੀਗਾ ਜੀ? ਇਹ ਗਾਂਧੀ ਦੁਆਰਾ ਕੱਢਿਆ ਗਿਆ ਸੀਗਾ, ਠੀਕ ਹੈ ਨਾ। ਇਹਦੇ ਨਾਲ ਇੱਕ ਹੋਰ ਲੀਗ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਹੋਈ ਸੀ ਉਹ ਹੋਮ ਰੂਲ ਜਿਹੜੀ ਹੋਈ ਸੀਗੀ ਜੀ, ਇਹ ਤਾਂ ਨਹੀਂ ਆਵੇਗਾ। ਨੋਨ ਕੋਆਪਰੇਟਿਵ, ਇਹਦਾ ਜਿਹੜਾ ਬਿਲਕੁਲ ਰਾਈਟ ਜਵਾਬ ਹੈਗਾ ਜੀ ਉਹ ਹੈਗਾ ਜੀ ਸਿਵਲ ਡਿਸਓਬੀਡੀਐਂਸ ਮੂਵਮੈਂਟ, ਠੀਕ ਹੈ ਨਾ। ਇਹ ਜਿਹੜੀ ਇਸ ਸਵਾਲ ਦਾ ਬਿਲਕੁਲ ਰਾਈਟ ਜਵਾਬ ਹੈ ਜੀ 33ਵੇਂ ਦਾ ਤੀਜੀ ਆਪਸ਼ਨ। ਅਤੇ ਹੁਣ ਦੇਖੋ ਮੈਂ ਤੁਹਾਨੂੰ ਇੱਕ ਸਵਾਲ ਪਾਉਂਦਾ ਹੈਗਾ ਆ। ਸਵਾਲ ਇਹ ਹੈਗਾ ਜੀ, ਤੁਹਾਨੂੰ ਮੈਂ ਪਾਉਂਦਾ ਹੈਗਾ ਆ, ਠੀਕ ਹੈ ਨਾ। ਦੇਖਦੇ ਹਾਂ ਕਿਹੜੇ ਕਿਹੜੇ ਬੱਚੇ ਨੂੰ ਜਿਹੜਾ ਸਵਾਲ ਦਾ ਬਿਲਕੁਲ ਰਾਈਟ ਜਵਾਬ ਪਤਾ ਹੈਗਾ ਆ। ਅਤੇ ਸਵਾਲ ਹੈਗਾ ਜੀ, ਇਹਦਾ ਜਿਹੜਾ ਜਵਾਬ ਹੈਗਾ ਆ ਨੋਟ ਕਰ ਲਓ ਤੁਸੀਂ, ਮੈਨੂੰ ਕਮੈਂਟ ਦੇ ਵਿੱਚ ਦੇਣਾ ਹੈਗਾ, ਠੀਕ ਹੈ ਨਾ। ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਦੇਣਾ ਹੈਗਾ ਆ। ਸਵਾਲ ਬਹੁਤ ਸੌਖਾ ਹੈਗਾ ਆ, ਉਹ ਹੈਗਾ ਜੀ, ਹੁਣੀ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਕੰਪਲੀਟ ਕਰਾਇਆ ਸੀਗਾ। ਦੇਖਣਾ ਕਿਹੜਾ ਕਿਹੜਾ ਬੱਚਾ ਇਸ ਸਵਾਲ ਦਾ ਜਵਾਬ ਦਿੰਦਾ ਹੈਗਾ ਆ। ਵੀ ਮਤਲਬ ਜਿਹੜਾ ਕਿ ਕਾਰਗਿਲ ਦਿਵਸ ਭਾਰਤ ਦੇ ਵਿੱਚ ਕਦੋਂ ਮਨਾਇਆ ਜਾਂਦਾ ਹੈਗਾ, ਠੀਕ ਹੈ ਜੀ। ਇਹਦਾ ਜਿਹੜਾ ਜਵਾਬ ਹੈਗਾ ਨਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਦੇਣਾ ਹੈਗਾ ਆ। ਅਤੇ ਮੈਂ ਉਡੀਕ ਕਰੂੰਗਾ ਤੁਹਾਡੇ ਕਮੈਂਟਾਂ ਦੀ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਅਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ ਜੀ ਇੱਥੇ ਕੰਪਲੀਟ ਹੁੰਦੀ ਹੈਗੀ ਆ। ਅਤੇ ਚੈਨਲ ਨੂੰ ਪਲੀਜ਼ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ। ਧੰਨਵਾਦ ਫਰੈਂਡਸ। ਜੋਬ ਨੋਟੀਫਿਕੇਸ਼ਨ ਇੰਡੀਆ ਸਾਡਾ ਚੈਨਲ ਹੈਗਾ ਜੀ। ਪਿਆਰ ਬਖਸ਼ਦੇ ਰਹੋ, ਜੁੜੇ ਰਹੋ ਅਤੇ ਮਿਹਨਤ ਕਰਦੇ ਰਹੋ। ਧੰਨਵਾਦ ਫਰੈਂਡਸ।